ਸੀਸਗੰਜ ਮੈਗਜ਼ੀਨ ਜਿਹੜੀ ਆ ਉਹ ਦਿਖਾਈ, ਜਿਹਦੇ ਵਿੱਚ ਉਹ ਕਹਿੰਦੇ ਨੇ ਜੀ ਕਿ ਅਸੀਂ ਆਪਣੇ ਹਰ ਵਾਰ ਦੇ ਖਰਚੇ ਤੇ ਇਨਕਮ ਤੇ ਆਊਟਕਮ ਇਹਦੀ ਜਿਹੜੀ ਹੈ ਉਹ ਸੂਚੀ ਇਹਦੇ ਵਿੱਚ ਛਾਪਦੇ ਆ, ਜਿਹਦੇ ਵਿੱਚ ਬਹੁਤ ਹੀ ਜ਼ਿਆਦਾ त्रुटियां ने। त्रुटियां नालों कई हासोहीणीਆਂ चीज़ां भी ने कि ਜਿਹੜੀ ਦਿੱਲੀ ਕਮੇਟੀ अपनी अज असी छाती ठोक के कहने कि साड़ी वर्गी संस्था का कोई मुकाबला नहीं है, तो उन्होंने यह नहीं पता कि ई मैगजीन नाम की भी एक चीज़ होंगी है। जोड़े अज सारे मीडिया वाले भी वीर ने, सारे वर्क फ्रॉम होम कर रहे हैं, तो ई मैगजीन तो तुसी घरों भी तैयार करा सकते हो। कंप्यूटर की कोई थोड़ नहीं है इस दुनिया के अंदर, ना दिल्ली कमेटी के अंदर। ਹੁਣ ਇਹਨਾਂ ਕੋਲੋਂ ਅਸੀਂ ਹਿਸਾਬ ਮੰਗਿਆ ਕਿ ਬਾਹਰੋਂ ਕਨਸੈਂਟਰੇਟਰ ਕਿੰਨੇ ਆਏ ਨੇ, ਆਕਸੀਮੀਟਰ ਕਿੰਨੇ ਆਏ ਨੇ, ਬੈੱਡ ਕਿੰਨੇ ਲੱਗੇ ਨੇ, ਤੇ ਉੱਥੋਂ ਜਿਹੜੀ ਬਾਹਰੋਂ ਮਾਇਆ ਆਈ ਹੈ ਉਹ ਕਿੰਨੀ ਆਈ ਹੈ, ਇਹਦਾ ਹਿਸਾਬ ਦੇ ਹੀ ਨਹੀਂ ਰਹੇ। ਤੇ ਉਦੋਂ ਲਿਖਿਆ ਜਾਂਦਾ ਹੈ ਕਿ ਜੀ ਗੁਰਦੁਆਰਾ ਬੰਗਲਾ ਸਾਹਿਬ ਦੀ ਗੋਲਕ ਦੇ ਵਿੱਚ ਗੁਰਪੁਰਬ ਦੇ ਉੱਤੇ ਕਲੈਕਸ਼ਨ ਹੋਈ 4 ਕਰੋੜ 82 ਲੱਖ 10,227 रुपए ਤੇ 97 ਪੈਸੇ। ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ, ਨਾ ਤੇ ਅੱਜ ਦੇ ਸਮੇਂ 'ਚ ਇੱਕ ਦਾ ਸਿੱਕਾ ਹੈਗਾ 1 ਪੈਸੇ ਦਾ, ਨਾ 2 ਪੈਸੇ ਦਾ ਕੋਈ ਸਿੱਕਾ ਹੈ, ਤੇ 7 ਪੈਸੇ ਦਾ ਤੇ ਸਿੱਕਾ ਅੱਜ ਤੱਕ ਆਇਆ ਹੀ ਨਹੀਂ ਸੀਗਾ। ਤੇ ਜਿਹੜੀ 97 ਪੈਸੇ ਦੀ ਇਹਨਾਂ ਨੇ ਚੜ੍ਹਤ ਆਈ ਹੈ, ਤੇ ਮੈਂ ਹੈਰਾਨ ਹਾਂ ਗੋਲਕ 'ਚ 97 ਪੈਸੇ ਦੀ ਚੜ੍ਹਤ ਕਿੱਥੋਂ ਆਈ। ਕੋਰੋਨਾ ਡੋਨੇਸ਼ਨ ਜੁਲਾਈ 2020 ਦੇ ਵਿੱਚ 4 ਕਰੋੜ 82 ਲੱਖ 10,227 रुपए 97 पैसे। ठीक है जी, सेम एग्जैक्टली सेम फिगर गुरपुरब दी अपना अगस्त 2020 ਦੇ ਵਿੱਚ गुरपुरब ਦੀ ਜਿਹੜੀ डोनेशन आई, गुरपुरब ਤੇ ਜਿਹੜਾ ਗੋਲਕ ਆਈ 4 ਕਰੋੜ 82 ਲੱਖ 10,227 रुपए 97 ਪੈਸੇ। ਕੀ ਤੁਹਾਨੂੰ ਨਹੀਂ ਲੱਗਦਾ ਇਹ ਬਹੁਤ ਵੱਡਾ ਕੋਇਨਸੀਡੈਂਸ ਹੈ? 97 पैसे तक वो सेम सी। वाहिगुरू जी का खालसा वाहिगुरू जी की फतेह जी। सब तो पहला तो उरे जिन्ने भी मेरे मीडिया के साथी, मेरे मेरिया भैणां, मेरे वीर आए ने, सारियां दा बहुत बहुत धन्नवाद कि तुसीं अपने रुझेवियां चों टाइम कढ के इत्थे आए हो। तुहानूं याद होएगा कि मिति 11 जून असीं तुहाडे रूबरू हो के तुहाडे माध्यम तो DSGMC ਦੇ ਪ੍ਰਧਾਨ ਉਹਨਾਂ ਨੂੰ ਇੱਕ ਛੋਟਾ ਜਿਹਾ ਸੁਨੇਹਾ, ਇੱਕ ਮੈਸੇਜ ਦਿੱਤਾ ਸੀ ਕਿ ਉਹ ਜਿੰਨਾ ਵੀ ਅੱਜ ਤੱਕ ਦੇ ਪਿਛਲੇ 8 ਸਾਲ ਦੇ ਆਡਿਟਡ ਫਾਈਨੈਂਸ਼ੀਅਲਸ ਨੇ, ਜਿਹੜੇ ਕਿ ਉਹ ਹਰ ਸਟੇਜ ਤੋਂ ਕਹਿੰਦੇ ਨੇ ਕਿ ਉਹਨਾਂ ਨੇ ਡੈਲੋਇਟ ਕੰਪਨੀ ਤੋਂ ਇਹਦੇ ਫਾਈਨੈਂਸ਼ੀਅਲਸ ਆਡਿਟ ਕਰਵਾਏ ਨੇ, ਉਹ ਆਡਿਟਡ ਫਾਈਨੈਂਸ਼ੀਅਲ ਜਿਹੜੇ ਨੇ ਸੰਗਤ ਦੇ ਸਾਹਮਣੇ ਰੱਖਣ, ਸੰਗਤ ਦੇ ਨਾਲ ਜਨਤਕ ਕਰਨ, ਸੰਗਤ ਦੇ ਨਾਲ ਸਾਂਝਾ ਕਰਨ। ਤੇ ਮੈਨੂੰ ਜੇ ਪਰਸਨਲੀ ਮੈਂ ਗੱਲ ਕਰਾਂ ਤਾਂ ਮੈਨੂੰ ਪੂਰੀ ਉਮੀਦ ਸੀ कि ਇਹਦੇ ਵਿੱਚ ਕੋਈ किंतु परंतु वाली गल नहीं। ਜਦੋਂ ਅਸੀਂ ਉਹਨਾਂ ਅੱਗੇ ਮੈਮੋਰੈਂਡਮ ਰੱਖਾਂਗੇ ਤਾਂ ਬੜੇ ਖੁਸ਼ੀ ਨਾਲ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਕੇ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਥਰੂ ਜਿਹੜੇ ਉਹਨਾਂ ਦੇ ਆਡਿਟਡ ਫਾਈਨੈਂਸ਼ੀਅਲਸ ਨੇ ਉਹ ਸਭ ਦੇ ਸਾਹਮਣੇ ਰੱਖਣਗੇ। ਕਿਉਂਕਿ ਜੇ ਤੁਸੀਂ ਕੰਮ ਇਮਾਨਦਾਰੀ ਨਾਲ ਕਰ ਰਹੇ ਹੋ, ਜੇ ਤੁਸੀਂ ਕੰਮ ਠੀਕ ਤਰੀਕੇ ਨਾਲ ਕਰ ਰਹੇ ਹੋ, ਜੇ ਤੁਸੀਂ ਡਿਲੋਇਟ ਵਰਗੀ ਕੰਪਨੀ ਤੋਂ ਫਾਈਨੈਂਸ਼ੀਅਲਸ ਆਪਣੇ ਆਡਿਟ ਕਰਵਾਏ ਨੇ, ਤਾਂ ਉਹ ਤੁਹਾਨੂੰ ਕਿਸੇ ਦੇ ਅੱਗੇ ਰੱਖਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ प्रॉब्लम, कोई इशू होना चाहिए। मैं परसनली बहुत उदास हाँ, तो एक्चुअली दे विच हैरान भी हाँ भी ऐसी की चीज़ है जी तुहाडे ऑडिट, जे तुसीं ईमानदार हो तो तुहाडे ऑडिटेड फाइनैंशियल जिहड़े हैं वो संगत नाल सांझे करन दे विच मुश्किल हो रही है। असीं मिति 12 जून नूं मैमोरेंडम लैके तुसीं सारे भी उत्थे साडे नाल सीगे, असीं उन्हां दे ऑफिस भी गए, उत्थे सानूं प्रधान साहब तां नहीं मिल पाए, पर जनरल उन्होंने जनरल मैनेजर साहब नाल साडी मुलाकात हुई, उन्होंने असीं मैमोरेंडम दिता। उन्होंने सानूं विश्वास दिलाया कि मैमोरेंडम जिहड़ा है प्रधान साहब तक पहुँच जाएगा तो तुहानूं एक हफ्ते दे विच जरूर कोई ना कोई इहदा वो मिलेगा। नाल ही उन्होंने सानूं एक सीसगंज मैगजीन जिहड़ी आ वो दिखाई, जिहदे विच वो कहंदे ने जी कि असीं अपने हर वार दे खर्चे ते इनकम ते आउटकम ਇਹਦੀ ਜਿਹੜੀ ਹੈ ਉਹ ਸੂਚੀ ਇਹਦੇ ਵਿੱਚ ਛਾਪਦੇ ਆ, ਜਿਹਦੇ ਵਿੱਚ ਬਹੁਤ ਹੀ ਜ਼ਿਆਦਾ त्रुटियां ने। त्रुटियां नालों कई हासोहीणीਆਂ चीज़ां भी ने ਜਿਹੜੀਆਂ ਮੇਰੇ ਨਾਲ ਸਾਡੇ वाइस प्रेजिडेंट
ਸਾਡੇ ਮੀਤ ਪ੍ਰਧਾਨ ਸਰਦਾਰ ਤਜਿੰਦਰ ਸਿੰਘ ਜੀ ਗੋਇਆ ਨੇ, ਤੁਹਾਡੇ ਨਾਲ ਉਹ ਹੁਣੀ ਰੂਬਰੂ ਕਰਨਗੇ ਵੀ ਇਹਦੇ ਵਿੱਚ ਕੀ ਹਾਸੋਹੀਣੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਦੇਖੀਆਂ ਨੇ, ਅਸੀਂ ਸਾਰਿਆਂ ਨੇ ਦੇਖੀਆਂ। ਅੱਜ ਉਹ ਤੁਹਾਡੇ ਸਾਹਮਣੇ ਵੀ ਅਸੀਂ ਇਹਦੇ ਵਿੱਚ ਦਿਖਾਵਾਂਗੇ। ਜਿਹੜੀ ਇਹ ਸੀਸਗੰਜ ਮੈਗਜ਼ੀਨ ਬਾਰੇ ਉਹ ਗੱਲ ਕਰਦੇ ਨੇ, ਕਿਵੇਂ ਇਹ ਕਿੰਨੇ ਦਿਨ ਤੋਂ ਨਹੀਂ ਛਪੀ, ਇਹਦੇ ਵਿੱਚ ਕਿਸ ਤਰ੍ਹਾਂ ਦਾ ਹਿਸਾਬ ਹੈ, ਹਿਸਾਬ ਦੇ ਥੱਲੇ ਕੀ ਲਾਈਨ ਹਾਸੋਹੀਣੀਆਂ ਲਾਈਨਾਂ ਲਿਖੀਆਂ ਹੋਈਆਂ, ਕਿਵੇਂ ਅਜੀਬ ਜਿਹਾ ਕੋਇਨਸੀਡੈਂਸ ਹੈ ਕਿ ਦੋ ਫਿਗਰਾਂ ਜਿਹੜੀਆਂ ਅੱਡ-ਅੱਡ ਹੈਡਸ ਦੀਆਂ ਨੇ ਉਹ ਪੈਸੇ ਤੱਕ ਵੀ ਸੇਮ ਨੇ। ਹੁਣੀ ਤਜਿੰਦਰ ਭਾਜੀ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨਗੇ। ਮੈਂ ਇੱਕ ਵਾਰ ਪੂਰੀ ਟੀਮ ਦੀ ਵੀ ਤੁਹਾਡੇ ਨਾਲ ਸਾਰਿਆਂ ਨੂੰ ਰੂਬਰੂ ਕਰਵਾ ਦਿਆਂ। ਸਾਡੇ ਵਿੱਚ ਸਰਦਾਰ ਤਜਿੰਦਰ ਸਿੰਘ ਜੀ ਗੋਇਆ ਸਾਡੇ ਮੀਤ ਪ੍ਰਧਾਨ ਦਿੱਲੀ ਸਟੇਟ ਦੇ ਹਨ, ਸਾਡੇ ਸਰਪ੍ਰਸਤ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਲਕਿੰਦਰ ਸਿੰਘ ਜੀ ਜਿਹੜੇ DSGMC ਦੇ ਐਗਜ਼ੈਕਟਿਵ ਮੈਂਬਰ ਵੀ ਨੇ, ਉਹ ਵੀ ਸਾਡੇ ਵਿੱਚ ਨੇ, ਤੇ ਸਾਡੀ ਪੂਰੀ ਦਿੱਲੀ ਸਟੇਟ ਦੀ ਟੀਮ, ਸਾਰੇ ਸਾਡੇ ਕੈਂਡੀਡੇਟਸ ਸਾਰੇ ਉਰੇ ਆਏ ਹੋਏ ਨੇ। ਤੇ ਹੁਣ ਮੈਂ ਹੋਰ ਤੁਹਾਡਾ ਸਮੇਂ ਨਾ ਵੇਸਟ ਕਰਦਾ ਹੋਇਆ ਸਰਦਾਰ ਤਜਿੰਦਰ ਸਿੰਘ ਜੀ ਗੋਇਆ ਨੂੰ ਕਹਾਂਗਾ ਕਿ ਉਹ ਤੁਹਾਡੇ ਨਾਲ 2 ਮਿੰਟ ਵਾਸਤੇ ਰੂਬਰੂ ਹੋਣ। ਸਰਦਾਰ ਤਜਿੰਦਰ ਸਿੰਘ ਜੀ ਗੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਾਮ ਜਿਹੜਾ ਸਾਡੇ ਦਿਲਾਂ ਦੇ ਵਿੱਚ ਉਤਰਿਆ ਹੋਇਆ ਹੈ ਔਰ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮੰਨਣ ਵਾਲਾ ਕੋਈ ਸਿੱਖ ਜਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਉਹ ਸੀਸਗੰਜ ਗੁਰਦੁਆਰੇ ਦੇ ਨਾਮ ਸੁਣਦੇ ਹੀ ਨਤਮਸਤਕ ਹੋ ਜਾਂਦਾ ਹੈ। ਤੇ ਸੀਸਗੰਜ ਨਾਮ ਦੇ ਉੱਤੇ ਮੈਗਜ਼ੀਨ ਇੱਕ ਸੰਸਥਾ ਜਿਹੜੀ ਕਿ ਇੱਕ ਆਟੋਨੋਮਸ ਬੋਡੀ ਹੈ, ਆਪਣੇ ਅੰਦਰ ਪੂਰੀ ਦੁਨੀਆ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਪੂਰੀ ਦੁਨੀਆ ਦੇ ਸਿੱਖ ਆਪਣਾ ਦਸਵੰਧ ਭੇਜਦੇ ਨੇ ਤੇ ਇਸ ਸੋਚ ਨਾਲ ਭੇਜਦੇ ਨੇ ਕਿ ਜਿਹੜਾ ਸਾਡਾ ਦਸਵੰਧ ਅਸੀਂ ਆਪਣੇ 10 ਨੋਹਾਂ ਦੀ ਕਿਰਤ ਕਮਾਈ ਵਿੱਚੋਂ ਲੈ ਕੇ ਕਮਾਇਆ ਤੇ ਮੇਰਾ ਆਪਣਾ ਗੁਰੂ ਪ੍ਰਤੀ ਅਕੀਦਾ ਜਿਹੜਾ ਮੈਨੂੰ ਹੁਕਮ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਵੰਡ ਕੇ ਛਕਣ ਦਾ, ਦਸਵੰਧ ਆਪਣਾ ਦੇਣ ਦਾ, ਜਦੋਂ ਉਹ ਮੈਂ ਦੇਣਾ ਵਾਂ ਤੇ ਚਾਹੇ ਉਹ ਕਿਸੇ ਦਾ 10 ਰੁਪਏ ਬਣਦਾ ਹੋਵੇ ਮਹੀਨੇ ਦਾ ਤੇ ਚਾਹੇ ਕਿਸੇ ਦਾ ਮਹੀਨੇ ਦਾ 10 ਕਰੋੜ ਬਣਦਾ ਹੋਵੇ। ਬੜੇ ਤਰ੍ਹਾਂ ਦੇ ਬੜੇ ਬਿਜ਼ਨਸਮੈਨ ਬੈਠੇ ਨੇ ਜਿਨ੍ਹਾਂ ਦਾ ਕਰੋੜਾਂ ਦੇ ਵਿੱਚ ਦਸਵੰਧ ਬਣ ਜਾਂਦਾ ਹੈ। ਤੇ ਜਿਹੜੀ ਐਸੋਸੀਏਸ਼ਨ ਜਿਨ੍ਹਾਂ ਨੂੰ ਮੌਕਾ ਦਿੱਤਾ ਗਿਆ ਕੌਮ ਦੇ ਵੱਲੋਂ ਕਿ ਹੁਣ ਇਹ ਸੰਸਥਾ ਹੈਗੀ ਹੈ ਜੀ, ਤੁਸੀਂ ਸਾਰਾ ਆਪਣਾ ਦਸਵੰਧ ਇੱਥੇ ਲੈ ਕੇ ਆਓ ਤੇ ਅਸੀਂ ਧਰਮ ਕਾਜ ਦੇ ਕਰਮਾਂ ਦੇ ਵਿੱਚ ਇਹਨੂੰ ਖਰਚ ਕਰਾਂਗੇ, ਕਿਉਂਕਿ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਦਾ ਸਿਧਾਂਤ ਹੈ, ਨਾ ਕਿ ਆਪਣੀ ਐਸ਼ ਪ੍ਰਸਤੀ ਦੇ ਲਈ ਉਸ ਪੈਸੇ ਨੂੰ ਵਰਤਿਆ ਜਾਣਾ ਚਾਹੀਦਾ ਹੈ, ਨਾ ਕਿ ਆਪਣੇ ਨਿੱਜੀ ਮੁਫਾਦਾਂ ਤੇ ਨਿੱਜੀ ਖਰਚਿਆਂ ਲਈ ਉਸ ਪੈਸੇ ਨੂੰ ਵਰਤਣਾ ਚਾਹੀਦਾ ਹੈ। ਕਿਉਂਕਿ ਇੱਕ ਗੱਲ ਬੜੀ ਕਲੀਅਰ ਕਰਦੇ ਹਾਂ, ਜਿੱਥੇ ਤੱਕ ਵੀ ਇਹ ਮੈਸੇਜ ਜਾ ਰਿਹਾ ਹੈ, ਦਿੱਲੀ ਕਮੇਟੀ ਦੇ ਜਿੰਨੇ ਵੀ ਚੁਣ ਕੇ ਮੈਂਬਰ ਆਉਂਦੇ ਨੇ ਉਹ ਸਾਰੇ ਕਸਟੋਡੀਅਨ ਹੁੰਦੇ ਨੇ, ਉਸ ਪੈਸੇ ਦੀ ਰਾਖੀ ਕਰਨ ਵਾਲੇ ਨੇ, ਇਸ ਪੈਸੇ ਦੇ, ਇਸ ਜਾਇਦਾਦ ਦੇ, ਇਸ ਮਲਕੀਅਤ ਦੇ ਮਾਲਕ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਤੇ ਜਿਹੜਾ ਵੀ ਧਰਮਸਾਲ ਦੇ ਪੈਸੇ ਦੇ ਉੱਤੇ ਝਾਕ ਰੱਖਦਾ ਹੈ, ਭਾਈ ਗੁਰਦਾਸ ਜੀ ਦੀ ਵਾਰਾਂ ਪੜ੍ਹੀਏ ਕਿ ਉਸ ਬੰਦੇ ਨੂੰ ਕੋੜ ਪੈਣ ਤੋਂ ਵੀ ਜਿਹੜੀ ਗੰਦੀਆਂ ਬਿਮਾਰੀਆਂ ਨੇ ਗੁਰਬਾਣੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਦਰਜ ਕੀਤਾ ਹੈ। ਤੇ ਜੇ ਕਿਤੇ ਉਹ ਕਿਸੇ ਨੂੰ ਵਾਰਾਂ ਨਹੀਂ ਪੜ੍ਹੀਆਂ ਤੇ ਤੁਸੀਂ ਸਾਡੀ ਟੀਮ ਨੂੰ ਪੁੱਛ ਸਕਦੇ ਹੋ ਕਿ ਧਰਮਸਾਲ ਦਾ ਪੈਸਾ ਖਾਣ ਵਾਲੇ ਦਾ ਕੀ ਹਾਲ ਹੁੰਦਾ ਹੈ। ਤੇ ਮੈਂ ਥੋੜ੍ਹਾ ਜਿਹਾ ਤੁਹਾਡਾ ਧਿਆਨ ਲੈ ਕੇ ਜਾਂਦਾ ਵਾਂ, ਜਿਹੜੀ ਹੁਣੇ ਵੀਰ ਹਰਲੀਨ ਸਿੰਘ ਜੀ ਗੱਲ ਦੱਸ ਰਹੇ ਸੀ ਕਿ ਇੱਕ ਮੈਗਜ਼ੀਨ ਜਿਹੜੀ ਦਿੱਲੀ ਕਮੇਟੀ ਆਪ ਪਬਲਿਸ਼ ਕਰ ਰਹੀ ਹੈ, ਹਾਲਾਂਕਿ ਉਹ ਕਹਿੰਦੇ ਜੀ ਕਰੋਨਾ ਕਰਕੇ ਬੜੇ ਸਮੇਂ ਤੋਂ ਇਹ, ਹਾਲਾਂਕਿ ਲਿਖਿਆ ਤੇ ਮਾਸਿਕ ਮੈਗਜ਼ੀਨ, ਮੰਥਲੀ ਮੈਗਜ਼ੀਨ ਹੈ, ਖਰਚੇ ਸਾਡੇ ਮੰਥਲੀ ਨੇ, ਸਾਰੇ ਫਿਕਸ ਨੇ, ਸਾਰੀਆਂ ਸਾਡੀਆਂ ਚੀਜ਼ਾਂ ਮੰਥਲੀ ਹੋ ਰਹੀਆਂ ਨੇ, ਪਰ ਇੱਕ ਮੈਗਜ਼ੀਨ ਪ੍ਰਿੰਟ ਕਰਨ ਲਈ ਸਾਡੇ ਮੰਥਲੀ ਕੰਮ ਹੋ ਨਹੀਂ ਪਾਏ। ਮਗਰ ਬੜੇ ਹੈਰਾਨੀ ਹੁੰਦੀ ਹੈ ਤੇ ਬੜੀ ਨਮੋਸ਼ੀ ਵੀ ਹੁੰਦੀ ਹੈ ਕਿ ਜਿਹੜੀ ਦਿੱਲੀ ਕਮੇਟੀ ਆਪਣੀ, ਅੱਜ ਅਸੀਂ ਛਾਤੀ ਠੋਕ ਕੇ ਕਹਿੰਦੇ ਹਾਂ ਕਿ ਸਾਡੀ ਵਰਗੀ ਸੰਸਥਾ ਦਾ ਕੋਈ ਮੁਕਾਬਲਾ ਨਹੀਂ ਹੈ, ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਈ ਮੈਗਜ਼ੀਨ ਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ। ਜਿਹੜੇ ਅੱਜ ਸਾਰੇ ਮੀਡੀਆ ਵਾਲੇ ਵੀ ਵੀਰ ਨੇ, ਸਾਰੇ ਵਰਕ ਫਰੋਮ ਹੋਮ ਕਰ ਰਹੇ ਨੇ, ਤੇ ਈ ਮੈਗਜ਼ੀਨ ਤਾਂ ਤੁਸੀਂ ਘਰੋਂ ਵੀ ਤਿਆਰ ਕਰਾ ਸਕਦੇ ਹੋ, ਕੰਪਿਊਟਰਾਂ ਦੀ ਕੋਈ ਥੋੜ ਨਹੀਂ ਹੈ ਇਸ ਦੁਨੀਆ ਦੇ ਅੰਦਰ, ਨਾ ਦਿੱਲੀ ਕਮੇਟੀ ਦੇ ਅੰਦਰ। ਤੇ ਜਦੋਂ ਖਰਚਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਇਸ ਮੈਗਜ਼ੀਨ ਦੇ ਅੰਦਰ ਜਿਹੜੀ ਪਿਛਲੇ ਮਹੀਨੇ ਹੀ ਛਪੀ ਹੈ, ਮੈਨੂੰ ਨਹੀਂ ਪਤਾ ਲਾਸਟ ਕਦੋਂ ਛਪੀ ਸੀ, ਕਿਉਂਕਿ GM ਸਾਹਿਬ ਨੂੰ ਵੀ ਭਰੋਸਾ ਨਹੀਂ ਸੀਗਾ ਕਿ ਪਤਾ ਨਹੀਂ ਪਿਛਲੇ ਮਹੀਨੇ ਵੀ ਛਪੀ ਹੈ ਕਿ ਨਹੀਂ। ਜਦੋਂ ਅਸੀਂ ਧਰਮਿੰਦਰ ਸਿੰਘ ਜੀ ਕੋਲ ਬੈਠੇ ਸੀ 12 ਤਰੀਕ ਨੂੰ, ਤੇ ਉਹ ਕਹਿੰਦੇ ਸ਼ਾਇਦ ਪਿਛਲੇ ਮਹੀਨੇ ਛਪੀ ਹੈਗੀ,
ਤੇ ਮੈਂ ਦੇਖਦਾ ਵਾਂ ਉਹਦੇ 'ਚ ਆਮਦਨ ਤੇ ਖਰਚੇ ਦਾ ਵੇਰਵਾ ਲੱਗਿਆ ਕਿ ਨਹੀਂ ਤੇ ਸਟਾਫ ਨੂੰ ਕਹਿੰਦਾ ਜਦੋਂ ਜਿਹੜੀ ਕਾਪੀ 'ਚ ਆਮਦਨ ਦਾ ਖਰਚਾ ਤੇ ਖਰਚੇ ਦਾ ਵੇਰਵਾ ਲੱਗਿਆ ਸੀ ਉਹ ਵਾਲੀ ਕਾਪੀ ਮੈਂ ਤੁਹਾਨੂੰ ਦੇ ਦਿੰਦਾ ਵਾਂ। ਤੇ ਜਦੋਂ ਕਾਪੀ ਮੈਨੂੰ ਦਿੰਦੇ ਨੇ, ਜਦੋਂ ਉਹਦੇ ਉੱਤੇ ਨਜ਼ਰ ਮਾਰਦੇ ਆ ਤੇ ਹੈਰਾਨੀ ਹੁੰਦੀ ਹੈ ਕਿ ਕਰੋਨਾ ਪਿਛਲੇ ਸਾਲ ਮਾਰਚ 2020 ਤੋਂ ਇੰਡੀਆ ਦੇ ਅੰਦਰ ਲੋਕਡਾਊਨ ਲੱਗਿਆ ਤੇ ਅਪ੍ਰੈਲ ਦੀ ਜਦੋਂ ਇੱਥੇ ਆਪਾਂ ਦੇਖਦੇ ਹਾਂ ਕਿ ਅਪ੍ਰੈਲ ਦੇ ਵਿੱਚ ਕਰੋਨਾ ਡੋਨੇਸ਼ਨ ਜੋ ਦਿੱਲੀ ਕਮੇਟੀ ਕੋਲ ਆਈ ਹੈ ਉਹ ਕਰੋਨਾ ਦੇ ਵਿੱਚ ਆਈ ਹੈ। ਮਗਰ ਜਦੋਂ ਅਸੀਂ ਚਲੇ ਜਾਂਦੇ ਹਾਂ ਅਗਲੇ ਮਹੀਨੇ ਤੇ ਚਲੇ ਜਾਂਦੇ ਹਾਂ ਤੇ ਹੁਣ ਉਹ ਅਗਲੇ ਮਹੀਨੇ ਕਰੋਨਾ ਡੋਨੇਸ਼ਨ ਕਿਉਂ ਨਹੀਂ ਆਈ ਹੈ ਜੀ? ਉਹਦੇ ਹੈੱਡ ਕਿੱਥੇ ਚਲੇ ਗਏ? ਅੱਜ ਇੱਥੇ ਲਿਖਦੇ ਨੇ 4 ਕਰੋੜ 82 ਲੱਖ 10,227 ਰੁਪਏ 97 ਪੈਸੇ ਅਪ੍ਰੈਲ 2020 ਦੇ ਅੰਦਰ ਜੁਲਾਈ 2020 ਦੇ ਅੰਦਰ ਕਰੋਨਾ ਡੋਨੇਸ਼ਨ ਆਈ। ਮਤਲਬ ਕਿ ਮਾਰਚ ਵਿੱਚ ਆਈ ਕਿ ਨਹੀਂ ਸਾਨੂੰ ਨਹੀਂ ਪਤਾ, ਅਪ੍ਰੈਲ ਵਿੱਚ ਆਈ ਸਾਨੂੰ ਨਹੀਂ ਪਤਾ, ਪਰ ਹਾਂ ਜੁਲਾਈ ਦੇ ਵਿੱਚ ਆਈ ਹੈ। ਜੂਨ ਦਾ ਵੀ ਨਹੀਂ ਇਹਦੇ ਜ਼ਿਕਰ, ਜੁਲਾਈ ਵਿੱਚ ਆਈ ਹੈ। ਮਗਰ ਜੁਲਾਈ ਦਾ ਮਹੀਨਾ ਟੱਪਦੇ ਹੀ ਜਦੋਂ ਅਸੀਂ ਅਗਸਤ ਵਿੱਚ ਜਾਂਦੇ ਹਾਂ, ਜਦ ਕਿ ਜਿਹੜੇ ਗੁਰਪੁਰਬ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਉਹ ਪਿਛਲੇ ਸਾਲ 13 ਜੁਲਾਈ ਨੂੰ ਆਇਆ ਸੀ। ਤੁਸੀਂ ਸਾਰੇ ਗੂਗਲ ਤੇ ਚੈੱਕ ਵੀ ਕਰ ਸਕਦੇ ਹੋ ਕਿ ਤਰੀਕਾਂ ਫਿਕਸ ਨਹੀਂ ਨੇ, ਸਾਨੂੰ ਨਹੀਂ ਯਾਦ ਰਹਿੰਦਾ ਕਿਹੜੇ ਸਾਲ ਕਦੋਂ ਗੁਰਪੁਰਬ ਆਇਆ ਸੀ। ਕਦੀ ਜੂਨ ਵਿੱਚ ਵੀ ਆ ਜਾਂਦਾ ਹੈ ਤੇ ਕਦੀ ਅਗਸਤ ਵੱਲ ਵੀ ਤੋੜ ਦਿੰਦੇ ਨੇ ਹੈ। ਤੇ ਹੁਣ ਅਗਸਤ ਦੀ ਜਿਹੜੀ ਆਮਦਨ ਦਾ ਜਦੋਂ ਹਿਸਾਬ ਲਿਖਿਆ ਜਾਂਦਾ ਹੈ ਤੇ ਉਦੋਂ ਲਿਖਿਆ ਜਾਂਦਾ ਹੈ ਕਿ ਜੀ ਗੁਰਦੁਆਰਾ ਬੰਗਲਾ ਸਾਹਿਬ ਦੀ ਗੋਲਕ ਦੇ ਵਿੱਚ ਗੁਰਪੁਰਬ ਦੇ ਉੱਤੇ ਕਲੈਕਸ਼ਨ ਹੋਈ 4 ਕਰੋੜ 82 ਲੱਖ 10,227 ਰੁਪਏ ਤੇ 97 ਪੈਸੇ। ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਨਾ ਤੇ ਅੱਜ ਦੇ ਸਮੇਂ 'ਚ ਇੱਕ ਦਾ ਸਿੱਕਾ ਹੈਗਾ 1 ਪੈਸੇ ਦਾ, ਨਾ 2 ਪੈਸੇ ਦਾ ਕੋਈ ਸਿੱਕਾ ਹੈ ਤੇ 7 ਪੈਸੇ ਦਾ ਤੇ ਸਿੱਕਾ ਅੱਜ ਤੱਕ ਆਇਆ ਹੀ ਨਹੀਂ ਸੀਗਾ। ਤੇ ਜਿਹੜੀ 97 ਪੈਸੇ ਦੀ ਇਹਨਾਂ ਨੇ ਚੜ੍ਹਤ ਆਈ ਹੈ ਤੇ ਮੈਂ ਹੈਰਾਨ ਹਾਂ ਗੋਲਕ 'ਚ 97 ਪੈਸੇ ਦੀ ਚੜ੍ਹਤ ਕਿੱਥੋਂ ਆਈ। ਚਲੋ ਛੋਟੀ ਗੱਲਾਂ ਨੇ, ਮਗਰ ਪੂਰੀ ਦੀ ਪੂਰੀ ਫਿਗਰ ਮੈਚ ਹੋਣਾ 4 ਕਰੋੜ 82 ਲੱਖ 10,227 ਰੁਪਏ ਤੇ 97 ਪੈਸੇ ਇੱਕ ਹਾਸੋਹੀਣੀ ਗੱਲ ਹੈ। ਤੇ ਜਦੋਂ ਤੁਸੀਂ ਬਾਕੀ ਹੈੱਡ ਵੇਖਦੇ ਹੋ ਤੇ ਹਰ ਮਹੀਨੇ ਦੇ ਉੱਤੇ ਖਰਚੇ ਦੇ ਹੈੱਡ ਤਾਂ ਫਿਕਸ ਹੈਗੇ ਨੇ, ਆਮਦਨ ਦੇ ਹੈੱਡ ਚੇਂਜ ਹੈਗੇ ਨੇ। ਪਰ ਜਦ ਕਿ ਕਰੋਨਾ ਪਿਛਲੇ ਸਾਲ ਮਾਰਚ ਤੋਂ ਹਜੇ ਤੱਕ ਚੱਲ ਰਿਹਾ ਵੇ ਤੇ ਅਕਤੂਬਰ ਤੱਕ ਦੀ ਇਹਦੇ ਅੰਦਰ ਡਿਟੇਲ ਸਾਨੂੰ ਮਿਲਦੀ ਹੈ ਤੇ ਜਿਹਦੇ ਅੰਦਰ ਕਰੋਨਾ ਡੋਨੇਸ਼ਨ ਜਿਹੜੀ ਹੈ ਉਹ ਬਾਅਦ ਵਿੱਚ ਨਹੀਂ ਆਈ। ਮਗਰ ਜਦੋਂ ਅਸੀਂ ਅਮਿਤਾਭ ਬੱਚਨ ਦਾ ਬਲੌਗ ਪੜ੍ਹਿਆ ਜਿਹੜਾ ਉਹਨਾਂ ਨੇ ਟਾਈਮਸ ਆਫ ਇੰਡੀਆ ਨੂੰ ਦਿੱਤਾ ਤੇ ਉਹਨਾਂ ਦੀ ਜਿਹੜੀ ਤਰੀਕਾ ਨੇ, ਜਦੋਂ ਉਹਨਾਂ ਨੇ ਡੋਨੇਸ਼ਨ ਕੀਤੀ ਇੱਕ ਵਾਰ 2 ਕਰੋੜ, ਇੱਕ ਵਾਰ 10 ਕਰੋੜ ਤੇ ਇੱਕ ਵਾਰੀ 50 ਲੱਖ, ਉਹ ਇਹਨਾਂ ਮਹੀਨਿਆਂ ਦੇ ਵਿੱਚ ਉਹ ਡੇਟ ਫਾਲ ਹੁੰਦੀ ਹੈ। ਜੇ ਕੋਈ ਤਰੀਕ ਪੁੱਛਣੀ ਚਾਹਵੇ ਤਾਂ ਮੈਂ ਤਰੀਕ ਵੀ ਤੁਹਾਨੂੰ ਦੱਸ ਸਕਦਾ ਵਾਂ। ਤੇ ਜਿਹੜੇ ਐਡਮਿਨਿਸਟ੍ਰੇਸ਼ਨ ਖਰਚੇ ਨੇ, ਹੁਣੇ ਮੈਂ ਤੁਹਾਨੂੰ ਦੱਸਿਆ ਕਿ ਇਹ ਕਹਿੰਦਾ ਜੀ ਸਾਡਾ ਸਟਾਫ ਨਹੀਂ ਆਇਆ ਤੇ ਅਸੀਂ ਕੀ ਕਹਿੰਦੇ ਨੇ ਆਫਿਸ ਹੀ ਨਹੀਂ ਖੁੱਲ੍ਹਾ ਸੀ ਕਰੋਨਾ 'ਚ। ਮਗਰ ਜਦੋਂ ਖਰਚੇ ਜਦੋਂ ਤੁਸੀਂ ਦੇਖਦੇ ਹੋ ਤੇ ਹਰ ਮਹੀਨੇ 4 ਕਰੋੜ ਤੋਂ ਉੱਪਰ ਦਾ ਦਿੱਲੀ ਕਮੇਟੀ ਦਾ ਐਡਮਿਨਿਸਟ੍ਰੇਸ਼ਨ ਦਾ ਖਰਚਾ ਹੈ। ਤੇ ਜਦੋਂ ਤੁਸੀਂ ਬਿਜਲੀ ਦੇ ਬਿੱਲ ਵੇਖਦੇ ਹੋ ਤੇ ਬੰਗਲਾ ਸਾਹਿਬ ਗੁਰਦੁਆਰੇ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਘੱਟ ਹੈ ਤੇ ਜਿਹੜਾ ਰਕਾਬਗੰਜ ਸਾਹਿਬ ਦਫ਼ਤਰ ਦਾ ਜੋ ਬਿਜਲੀ ਦਾ ਬਿੱਲ ਹੈ ਉਹ ਜ਼ਿਆਦਾ ਹੈ। ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਆਪ ਹੁਣ ਇਹਦਾ ਜਵਾਬ ਤਾਂ ਦਿੱਲੀ ਕਮੇਟੀ ਦੇ ਸਕਦੀ ਹੈ। ਦੂਸਰਾ, ਜਦੋਂ ਆਪਾਂ ਦੇਖਦੇ ਹਾਂ ਕਿ ਬੰਗਲਾ ਸਾਹਿਬ ਗੁਰਦੁਆਰੇ ਦੇ ਅੰਦਰ 1 ਮੈਗਾਵਾਟ ਦਾ ਸੋਲਰ ਪਾਵਰ ਦਾ ਪਲਾਂਟ ਲੱਗਿਆ। ਬਹੁਤ ਸਾਰੀ ਇੰਡਸਟਰੀ ਦੇ ਵਿੱਚ ਘਰਾਂ 'ਚ ਵੀ ਅੱਜ ਸੋਲਰ ਪਾਵਰ ਦੇ ਪਲਾਂਟ ਲੱਗੇ ਨੇ। ਤੇ ਜਦੋਂ ਤੁਹਾਡੇ ਕੋਲ ਐਕਸੈਸ ਬਿਜਲੀ ਹੋ ਜਾਂਦੀ ਹੈ ਤੇ ਜਿਹੜੀ ਕੰਪਨੀ ਦਾ ਸੋਲਰ ਪਲਾਂਟ ਲੱਗਿਆ ਉਹ ਤੁਹਾਨੂੰ ਉਹਦੇ ਬਦਲੇ ਖਰੀਦ ਕੇ ਪੈਸਾ ਦਿੰਦਾ। ਅੱਜ ਬਹੁਤ ਸਾਰੀ ਇੰਡਸਟਰੀਆਂ ਦੇ ਵਿੱਚ ਸਰਕਾਰਾਂ 2 ਰੁਪਏ ਯੂਨਿਟ ਤੋਂ ਪ੍ਰਾਈਵੇਟ ਕੰਪਨੀਆਂ ਖਰੀਦ ਕੇ ਪੈਸੇ ਦੇ ਰਹੀਆਂ ਨੇ। ਮਗਰ ਜਦੋਂ ਮੈਗਜ਼ੀਨ ਦੇ ਵਿੱਚ ਅਸੀਂ ਪੜ੍ਹਦੇ ਹਾਂ ਤੇ ਸੋਲਰ ਪਾਵਰ ਦੇ ਪਲਾਂਟ ਦੇ ਉੱਤੇ ਵੀ ਖਰਚੇ ਹੋ ਰਹੇ ਨੇ ਲੱਖਾਂ ਦੇ ਵਿੱਚ, ਮਗਰ ਉਹਨਾਂ ਦੀ ਜਿਹੜੀ ਆਮਦਨ ਹੋਈ ਹੈ, ਜ਼ਰੂਰੀ ਕਿ ਜੇ ਸੰਗਤ ਨਹੀਂ ਸੀ, ਗੁਰਦੁਆਰਿਆਂ 'ਚ ਏਸੀ ਨਹੀਂ ਚੱਲੇ, ਗੁਰਦੁਆਰਿਆਂ ਦੇ ਵਿੱਚ ਇੰਨੀ ਕੰਜ਼ੰਪਸ਼ਨ ਲਾਈਟ ਦੀ ਹੋਈ ਨਹੀਂ, ਮਗਰ ਧੁੱਪ ਤਾਂ ਪੂਰੀ ਪੈ ਰਹੀ ਸੀ। ਦੈਟ ਮੀਨਸ ਜਿਹੜਾ ਸੋਲਰ ਪਾਵਰ ਹੈ ਉਹ ਪੂਰੀ ਬਣ ਰਹੀ ਸੀਗੀ, ਸੋਲਰ ਐਨਰਜੀ ਪੂਰੀ ਆ ਰਹੀ ਸੀ। ਤੇ ਉਹਦੇ ਉਹ ਪੈਸੇ ਕਿੱਥੇ ਨੇ? ਇਸ ਮੈਗਜ਼ੀਨ ਦੇ ਵਿੱਚ ਕਿਧਰੇ ਲੱਭਦੇ ਨਹੀਂ। ਜੁਲਾਈ ਤੋਂ ਅਕਤੂਬਰ ਤੱਕ ਦੀ ਇਹ ਕਾਪੀ ਮੇਰੇ ਹੱਥ ਵਿੱਚ ਹੈਗੀ ਹੈ ਤੇ ਜਿਨ੍ਹਾਂ ਦੇ ਘਰਾਂ 'ਚ ਵੀ ਆਂਦੀ ਹੈ, ਮੈਂ ਬੇਨਤੀ ਕਰਾਂਗਾ ਜੇ ਲੇਖ ਤੁਸੀਂ ਪੜ੍ਹਦੇ ਹੋ, ਬੜੇ ਸੋਹਣੇ ਇਹਦੇ ਅੰਦਰ ਲੇਖ ਦਿੱਤੇ ਗਏ ਨੇ, ਬੜੀ ਸੋਹਣੀਆਂ ਫੋਟੋਆਂ ਲਾਈਆਂ ਗਈਆਂ ਨੇ ਸਾਡੀ
ਜਿੰਨੇ ਵੀ ਸਾਡੇ ਦਿੱਲੀ ਦੇ ਪ੍ਰਧਾਨ ਸਾਹਿਬ ਨੇ, ਦਿੱਲੀ ਕਮੇਟੀ ਦੇ ਜੋ ਸਾਡੇ ਜਨਰਲ ਸਕੱਤਰ ਸਾਹਿਬ ਨੇ, ਉਹਨਾਂ ਦੀਆਂ ਸਾਰੀ ਟੀਮ ਦੀ ਫੋਟੋਆਂ ਨੇ। ਮਗਰ ਜਿਹੜੇ ਆਖਰੀ ਦੇ ਜਿਹੜੇ 4 ਪੇਜ ਨੇ, ਮੇਰੇ ਖਿਆਲ ਨਾਲ ਦਿੱਲੀ ਦੀ ਸੰਗਤ ਕੀ ਪੂਰੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਹ 4 ਪੇਜਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਮੈਂ ਤਾਂ ਅਕਾਊਂਟਸ ਦਾ ਸਟੂਡੈਂਟ ਨਹੀਂ ਹਾਂ, ਮੈਂ ਕੋਈ ਏਡਾ ਪੜ੍ਹਿਆ ਲਿਖਿਆ ਨਹੀਂ, ਪਰ ਜਿਹੜੇ ਵੀ ਮੇਰੀ ਸੰਗਤ ਦੇ ਵਿੱਚੋਂ ਸੀਏ ਨੇ, ਅਕਾਊਂਟਸ ਜਿਨ੍ਹਾਂ ਨੂੰ ਬੈਲੈਂਸ ਸ਼ੀਟ ਬਣਾਉਣੀ ਆਉਂਦੀ ਹੈ, ਜਿਨ੍ਹਾਂ ਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਉਣਾ ਆਉਂਦਾ ਹੈ, ਉਹ ਇੱਕ ਵਾਰੀ ਜ਼ਰੂਰ ਇਸ 'ਤੇ ਝਾਤੀ ਮਾਰਨ ਤੇ ਆਪਣੇ ਕਮੈਂਟ ਜਿਹੜੇ ਨੇ ਉਹ ਦਿੱਲੀ ਕਮੇਟੀ ਦੀ ਈਮੇਲ ਦੇ ਉੱਤੇ ਲਿਖ ਕੇ ਭੇਜਣ। ਕਿਉਂਕਿ ਸਾਰਾ ਕੁਝ ਇਹ ਲਿਖਣ ਤੋਂ ਬਾਅਦ ਆਖਰੀ ਲਾਈਨ ਦੇ ਵਿੱਚ ਇਹਨਾਂ ਨੇ ਇੱਕ ਹੱਥ ਪੱਲਾ ਝਾੜਨ ਵਾਲੀ ਗੱਲ ਜ਼ਰੂਰ ਲਿਖੀ ਹੈ ਕਿ the information in this documents is unaudited, therefore these are subject to change without notice। ਤੇ ਇਹ ਕਦੀ ਵੀ ਚੇਂਜ ਕਰ ਸਕਦੇ ਨੇ, ਇਹਨਾਂ ਦੀ ਘਰ ਦੀ ਕਲਮਾਂ ਨੇ, ਘਰ ਦੀ ਫਿਗਰਾਂ ਨੇ। ਪੈਸਾ ਸੰਗਤ ਦਾ ਹੈ, ਅਸੀਂ ਸੰਗਤ ਪ੍ਰਤੀ ਤੇ ਗੁਰੂ ਪ੍ਰਤੀ ਜਵਾਬਦੇਹ ਹੈਗੇ ਆ। ਤੇ ਅੱਜ ਜਿਹੜੀ ਇਹ ਚਿੱਠੀ ਅਸੀਂ 12 ਜੂਨ ਨੂੰ ਰਿਸੀਵ ਕਰਾ ਕੇ ਲੈ ਕੇ ਆਏ ਸੀਗੇ, ਹੁਣ 19 ਜੂਨ ਬੀਤ ਚੁੱਕੀ ਹੈ ਤੇ ਅੱਜ ਅਸੀਂ ਦਿੱਲੀ ਦੀ ਸੰਗਤ ਦੇ ਨਾਲ, ਦਿੱਲੀ ਦੀ ਸੰਗਤ ਨੂੰ ਜੋ ਆਉਣ ਵਾਲੇ ਟਾਈਮ ਦਾ ਪ੍ਰੋਗਰਾਮ ਹੈ, ਉਹ ਮੇਰੇ ਨਾਲ ਬੈਠੇ ਨੇ ਸਾਡੇ ਵੀਰ ਮਲਕਿੰਦਰ ਸਿੰਘ ਜੀ, ਜਿਹੜੇ ਆਪ ਜੀ ਨੂੰ ਸੰਗਤ ਲਈ ਸੰਗਤ ਦੇ ਵੱਲੋਂ ਕੀ ਹੁਕਮ ਹੋਇਆ ਸਾਨੂੰ, ਤੇ ਅਸੀਂ ਉਹ ਹੁਕਮ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ ਕਿ ਕਿਵੇਂ ਅਸੀਂ ਇਹਨਾਂ ਤੋਂ ਆਪਣੇ ਹਿਸਾਬ ਲੈਣੇ ਨੇ। ਕਿਉਂਕਿ ਮੇਰਾ ਕੋਈ ਪਰਸਨਲ ਪੈਸਾ ਇਹਦੇ ਅੰਦਰ ਇਨਵੋਲਵ ਨਹੀਂ ਹੈ, ਸ਼ਾਇਦ ਤੁਹਾਡਾ ਵੀ ਪਤਾ ਨਹੀਂ ਕਿੰਨਾ ਹੈ ਤੇ ਕਿੰਨਾ ਨਹੀਂ, ਮਗਰ ਕਰੋੜਾਂ ਦੇ ਵਿੱਚ ਜਦੋਂ ਮਹੀਨੇ ਦੀ ਗੋਲਕਾਂ ਆ ਰਹੀਆਂ ਨੇ, ਕਰੋੜਾਂ ਦੇ ਵਿੱਚ ਆਨਲਾਈਨ ਫੰਡਿੰਗ ਆ ਰਹੀ ਹੈ, ਆਨਲਾਈਨ ਡੋਨੇਸ਼ਨ ਆ ਰਹੀ ਹੈ, ਔਰ ਜਿਹੜਾ ਵੀ ਸਮਾਨ ਦਿੱਲੀ ਕਮੇਟੀ ਨੂੰ ਲੋਕ ਦੇ ਕੇ ਜਾ ਰਹੇ ਨੇ ਉਹਦਾ ਇਹਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਹੈ। ਨਾ ਕਿਸੇ ਆਕਸੀਜਨ ਪਲਾਂਟ ਦਾ ਜ਼ਿਕਰ ਹੈ, ਨਾ ਕਿਸੇ ਆਕਸੀਜਨ ਕਨਸੈਂਟਰੇਟਰ ਦਾ ਜ਼ਿਕਰ ਹੈ, ਨਾ ਕਿਸੇ ਹੋਰ ਮਸ਼ੀਨ ਦਾ ਜ਼ਿਕਰ ਹੈ ਜਿਹੜਾ ਕਿ ਦਿੱਲੀ ਕਮੇਟੀ ਨੂੰ ਪੂਰੇ ਵਰਲਡ ਤੋਂ ਸੰਗਤਾਂ ਦੇ ਰਹੀਆਂ ਨੇ। ਜਿਵੇਂ ਕਿ ਪਿਛਲੇ ਦਿਨਾਂ 'ਚ ਪਤਾ ਲੱਗਿਆ ਕਿ ਜਿਹੜੇ ਕਨਸੈਂਟਰੇਟਰ ਅਮਰੀਕਾ ਤੋਂ ਭੇਜੇ ਗਏ, ਧਰਮਾ ਫਾਊਂਡੇਸ਼ਨ ਇੱਕ ਉੱਥੇ ਦੀ ਸੰਸਥਾ ਹੈ ਜਿਨ੍ਹਾਂ ਨੇ 200 ਕਨਸੈਂਟਰੇਟਰ ਆਕਸੀਜਨ ਵਾਲੇ ਭੇਜੇ ਇਹਨਾਂ ਨੂੰ, ਤੇ 200 ਕਨਸੈਂਟਰੇਟਰ ਉਹਨਾਂ ਨੇ ਸ਼੍ਰੋਮਣੀ ਕਮੇਟੀ 'ਚ ਵੀ ਭੇਜੇ ਨੇ। ਮਗਰ ਜਿਹੜਾ ਇੱਕ ਮੀਡੀਆ ਚੈਨਲ ਹੈ ਸਾਡਾ ਨਿਊਜ਼ ਇੰਡੀਆ 18, ਉਹ ਤਾਂ ਉਹਦੇ ਬਾਰੇ ਦਿਖਾਉਂਦਾ ਹੈ ਕਿ ਧਰਮਾ ਫਾਊਂਡੇਸ਼ਨ ਨੇ 200 ਕਨਸੈਂਟਰੇਟਰ ਦਿੱਲੀ ਭੇਜੇ ਨੇ, ਮਗਰ ਨਾ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ, ਨਾ ਦਿੱਲੀ ਦੀ ਕਮੇਟੀ ਦਾ ਕੋਈ ਅਹੁਦੇਦਾਰ, ਤੇ ਨਾ ਹੀ ਕਿਧਰੇ ਕਿਸੇ ਮੀਡੀਆ ਦੇ ਵਿੱਚ ਇਹ ਖਬਰ ਆਂਦੀ ਹੈ ਕਿ ਧਰਮਾ ਫਾਊਂਡੇਸ਼ਨ ਨੇ ਜਿਹੜੇ 200 ਕਨਸੈਂਟਰੇਟਰ ਭੇਜੇ ਨੇ ਉਹ ਕਿੱਥੇ ਨੇ, ਕਿੰਨੇ ਰਿਸੀਵ ਕੀਤੇ, ਕਿਹਨੂੰ ਅੱਜ ਸਪੁਰਦ ਕੀਤੇ ਨੇ, ਉਹਦੇ ਬਾਰੇ ਕੋਈ ਡਿਟੇਲ ਦਿੱਲੀ ਦੀ ਸੰਗਤ ਕੋਲ ਨਹੀਂ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਖਿਮਾ ਦਾ ਜਾਚਕ ਹਾਂ ਤੇ ਬੇਨਤੀ ਕਰਾਂਗਾ ਵੀਰ ਮਲਕਿੰਦਰ ਸਿੰਘ ਜੀ ਅੱਗੇ ਦਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਲਕਿੰਦਰ ਸਿੰਘ ਜੀ ਜਿਹੜੇ ਸਾਡੇ ਦਿੱਲੀ ਦੇ ਸਰਪ੍ਰਸਤ ਵੀ ਨੇ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ, ਹੁਣ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਡੇ ਨਾਲ ਰੂਬਰੂ ਹੋਣ ਤੇ ਅੱਗੇ ਦਾ ਪਲਾਨ ਜੋ ਅਸੀਂ ਹੁਣ ਅੱਗੇ ਸੰਗਤ ਵੱਲੋਂ ਸਾਨੂੰ ਆਦੇਸ਼ ਹੋਇਆ ਹੈ ਤੇ ਜੋ ਅਸੀਂ ਅੱਗੇ ਕਰਨਾ ਚਾਹੁੰਦੇ ਹਾਂ ਉਹ ਤੁਹਾਡੇ ਨਾਲ ਤੁਹਾਡੇ ਸਾਹਮਣੇ ਰੱਖਣ। ਸਰਦਾਰ ਮਲਕਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਅਕਾਲੀ ਲਹਿਰ ਦਿੱਲੀ ਸਟੇਟ ਵੱਲੋਂ ਸਮੂਹ ਮੈਂਬਰ ਸਾਹਿਬਾਨ ਜਿਹੜੇ ਸਾਡੇ ਟਿਕਟ ਤੇ ਇਲੈਕਸ਼ਨ ਲੜ ਰਹੇ ਨੇ ਤੇ ਸਾਡੇ ਸਾਹਮਣੇ ਮੀਡੀਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। 253 ਸਾਲ ਲੱਗ ਗਏ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਤਿਆਰ ਕਰਦਿਆਂ ਹੋਇਆ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਤਿਆਰ ਕੀਤਾ, 6 ਗੁਰੂਆਂ ਦੀ ਬਾਣੀ ਵਿੱਚ ਰਚੀ ਗਈ ਔਰ 6 ਗੁਰੂਆਂ ਦੀ ਬਾਣੀ ਨੇ ਇਹ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਗੁਰੂ ਗ੍ਰੰਥ ਤੇ ਗੁਰੂ ਪੰਥ। ਗੁਰੂ ਪੰਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1696 ਈਸਵੀ 99 ਈਸਵੀ 'ਚ ਸਾਨੂੰ ਸੌਂਪਿਆ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਅਸੀਂ ਲੈ ਕੇ ਅੱਗੇ ਚੱਲ ਰਹੇ ਹਾਂ। ਤੁਸੀਂ ਵੇਖੋ ਕਿ ਇਹ ਕਮੇਟੀਆਂ ਨੇ ਨਾ ਤੇ ਗੁਰੂ ਗ੍ਰੰਥ ਨੂੰ ਮੰਨਿਆ, ਨਾ ਗੁਰੂ ਪੰਥ ਨੂੰ ਮੰਨ ਰਹੀਆਂ ਨੇ।
ਔਰ ਇਹ ਸਿਰਫ ਤੇ ਸਿਰਫ ਆਪਣੀ ਮਨਮਰਜ਼ੀ ਕਰ ਰਹੀਆਂ ਨੇ। ਨਾ ਇਹ ਗੁਰਦੁਆਰਾ ਐਕਟ ਮੰਨਦੀਆਂ ਨੇ, ਨਾ ਇਹ ਗੁਰੂ ਨੂੰ ਮੰਨਦੇ ਨੇ, ਨਾ ਗੁਰੂ ਦੀ ਸਿੱਖਿਆ ਨੂੰ ਮੰਨਦੇ ਨੇ। ਸੋ ਇਹਨਾਂ ਨੇ ਇੱਕ ਜੁਆਇੰਟ ਵੈਂਚਰ ਖੋਲ੍ਹਿਆ ਦਿੱਲੀ ਗੌਰਮੈਂਟ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਕੱਠ ਦੇ ਨਾਲ, ਜਿਹੜਾ ਕੋਵਿਡ ਸੈਂਟਰ ਖੋਲ੍ਹਿਆ ਰਕਾਬਗੰਜ ਸਾਹਿਬ। ਅਸੀਂ ਬਾਰ-ਬਾਰ ਉਹਦੇ ਬਾਰੇ ਮੰਗ ਕੀਤੀ ਕਿ 400 ਬੈਡਡ ਜਿਹੜਾ ਤੁਸੀਂ ਕੋਵਿਡ ਸੈਂਟਰ ਖੋਲ੍ਹਿਆ ਹੈ, ਉਹਦੇ ਉੱਤੇ ਖਰਚਾ ਕੀ ਹੋ ਰਿਹਾ, ਮਾਇਆ ਕਿੱਥੋਂ ਆ ਰਹੀ ਹੈ। ਤੇ ਜਦੋਂ ਥੋੜ੍ਹੀ ਬਹੁਤ ਖੋਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਬੰਗਲਾ ਸਾਹਿਬ, ਸੀਸਗੰਜ ਸਾਹਿਬ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਈਵਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਜਿਹੜਾ ਫੰਡ ਇਕੱਠਾ ਕਰ ਰਹੀ ਹੈ। ਜਦੋਂ ਗੁਰਦੁਆਰਾ ਐਕਟ ਇਹ ਕਹਿੰਦਾ ਹੈ ਕਿ ਸਾਡੀ ਜਿੰਨੀ ਮਾਇਆ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਉਹਦੇ ਆਫਿਸ ਦੇ ਵਿੱਚ ਆਏਗੀ, ਤੇ ਇਹਨਾਂ ਨੇ ਇਹ ਅਕਾਊਂਟ ਕਿਸ ਦੀ ਮਰਜ਼ੀ ਨਾਲ ਔਰ ਇਹ ਕਿਹਦੇ ਕੋਲੋਂ ਇਜਾਜ਼ਤ ਲੈ ਕੇ ਖੋਲ੍ਹੇ, ਕਿਉਂਕਿ ਜਿਹੜਾ ਵੀ ਕੋਈ ਅਕਾਊਂਟ ਖੋਲ੍ਹਣਾ ਹੋਵੇ ਦਿੱਲੀ ਦੇ ਵਿੱਚ, ਦਿੱਲੀ ਤੋਂ ਬਾਹਰ, ਜਦ ਤੱਕ ਜਰਨਲ ਹਾਊਸ ਦੇ ਵਿੱਚ ਉਹਦੀ ਇਜਾਜ਼ਤ ਨਾ ਮਿਲੇ ਤਦ ਤੱਕ ਇਹ ਖੋਲ੍ਹ ਨਹੀਂ ਸਕਦੇ। ਲੇਕਿਨ ਇਹਨਾਂ ਨੇ ਜਿੰਨੀਆਂ ਮਰਿਆਦਾ ਨੇ ਸਾਰੀਆਂ ਛਿੱਕੇ ਉੱਤੇ ਟੰਗ ਦਿੱਤੀਆਂ ਨੇ। ਇਹ ਦੋ ਬੰਦੇ ਨੇ, ਇੱਕ ਮਨਜਿੰਦਰ ਸਿੰਘ ਸਿਰਸਾ ਤੇ ਦੂਸਰਾ ਹਰਮੀਤ ਸਿੰਘ ਕਾਲਕਾ। ਇਹ ਕਿਸੇ ਦੀ ਗੱਲ ਮੰਨ ਕੇ ਰਾਜੀ ਨਹੀਂ। ਹੁਣ ਇਹਨਾਂ ਕੋਲੋਂ ਅਸੀਂ ਹਿਸਾਬ ਮੰਗਿਆ ਕਿ ਬਾਹਰੋਂ ਕਨਸੈਂਟਰੇਟਰ ਕਿੰਨੇ ਆਏ ਨੇ, ਆਕਸੀਮੀਟਰ ਕਿੰਨੇ ਆਏ ਨੇ, ਬੈੱਡ ਕਿੰਨੇ ਲੱਗੇ ਨੇ, ਤੇ ਉੱਥੋਂ ਜਿਹੜੀ ਬਾਹਰੋਂ ਮਾਇਆ ਆਈ ਹੈ ਉਹ ਕਿੰਨੀ ਆਈ ਹੈ। ਇਹਦਾ ਹਿਸਾਬ ਦੇ ਹੀ ਨਹੀਂ ਰਹੇ। ਈਵਨ ਇਸ ਦਾ ਹਿਸਾਬ ਲੈਣ ਵਾਸਤੇ ਸਾਡੇ 21 ਮੈਂਬਰਾਂ ਨੇ ਇਕੱਠੇ ਹੋ ਕੇ, ਤੁਸੀਂ ਦੇਖੋ ਹਾਊਸ ਦੇ ਵਿੱਚ 51 ਮੈਂਬਰ ਹੁੰਦੇ ਨੇ, 51 ਦੇ ਵਿੱਚੋਂ 21 ਮੈਂਬਰ ਇਕੱਠੇ ਹੋ ਕੇ ਜਿਨ੍ਹਾਂ ਨੇ ਚਿੱਠੀ ਲਿਖੀ ਕਿ ਤੁਸੀਂ ਸਾਨੂੰ ਹਿਸਾਬ ਦਿਓ। ਔਰ ਅਸੀਂ ਪੰਥਕ ਅਕਾਲੀ ਲਹਿਰ ਨੇ ਵੀ ਇਹਨਾਂ ਨੂੰ ਚਿੱਠੀ ਲਿਖੀ, ਉਹਦਾ ਵੀ ਇਹਨਾਂ ਨੇ ਅਜੇ ਤੱਕ ਕੋਈ ਹਿਸਾਬ ਨਹੀਂ ਦਿੱਤਾ। ਤੇ ਮੈਂ ਮੀਡੀਆ ਦੇ ਥਰੂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦੇ ਸਿਰਫ ਤੇ ਸਿਰਫ ਲੋਟੂ ਟੋਲਾ ਜਿਹੜਾ ਹੈਗਾ ਇਹ ਮਾਇਆ ਇਕੱਠੀ ਆਪਣੇ ਵਾਸਤੇ ਕਰ ਰਿਹਾ। ਸੰਗਤ ਦਾ ਪੈਸਾ ਇੱਕ ਦੋ ਸ਼ਖਸ ਨੇ, ਦੋਨੋਂ ਭਾਈਵਾਲ ਬਣੇ ਹੋਏ ਨੇ, ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ, ਜਿਹੜੇ ਦੋਨਾਂ ਹੱਥਾਂ ਦੇ ਨਾਲ ਇਹ ਮਾਇਆ ਇਕੱਠੀ ਕਰ ਰਹੇ ਨੇ। ਅਗਰ ਤੁਸੀਂ ਇੰਨੇ ਇਮਾਨਦਾਰ ਹੋ, ਬਾਰ-ਬਾਰ ਅਸੀਂ ਤੁਹਾਨੂੰ ਇਸ ਬਾਰੇ ਸੁਚੇਤ ਕਰ ਰਹੇ ਹਾਂ ਕਿ ਗੁਰਦੁਆਰਾ ਐਕਟ ਇਹ ਕਹਿੰਦਾ ਹੈ ਕਿ ਹਰ 15 ਦਿਨਾਂ ਦੇ ਬਾਅਦ ਐਗਜ਼ੈਕਟਿਵ ਦੀ ਮੀਟਿੰਗ ਹੋਣੀ ਚਾਹੀਦੀ ਹੈ। ਪਰ ਪਤਾ ਨਹੀਂ ਤੁਸੀਂ ਕਿਸ ਮਿੱਟੀ ਦੇ ਬਣੇ ਹੋਏ ਹੋ ਵੀ ਤੁਹਾਨੂੰ ਕੋਈ ਗੁਰੂ ਦੇ ਦਰ ਤੇ ਬਹਿ ਕੇ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਬਹਿ ਕੇ ਵੀ ਤੁਹਾਨੂੰ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ। ਬਈ ਤੁਸੀਂ ਪ੍ਰਧਾਨ ਬਣੇ ਸੰਗਤ ਦੇ ਸਹਿਯੋਗ ਦੇ ਨਾਲ, ਲੇਕਿਨ ਸੰਗਤ ਦੇ ਜਿਹੜਾ ਗੁਰਦੁਆਰਾ ਐਕਟ ਬਣਿਆ ਹੋਇਆ ਹੈ ਪਾਰਲੀਮੈਂਟ ਤੋਂ, ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ 15 ਦਿਨਾਂ ਦੇ ਬਾਅਦ ਐਗਜ਼ੈਕਟਿਵ ਦੀ ਮੀਟਿੰਗ ਹੋਣੀ ਹੈ। ਹੁਣ 1 ਸਾਲ ਹੋ ਗਿਆ ਤੁਸੀਂ ਐਗਜ਼ੈਕਟਿਵ ਦੀ ਮੀਟਿੰਗ ਨਹੀਂ ਕਰਾ ਰਹੇ ਔਰ ਨਾ ਜਰਨਲ ਹਾਊਸ ਸੱਦ ਰਹੇ ਹੋ। ਹੁਣ ਤੁਸੀਂ ਨਾਲ ਅਨਾਉਂਸ ਕਰੀ ਜਾ ਰਹੇ ਹੋ ਕਿ 400 ਬੈਡਡ ਹਸਪੀਟਲ ਕੰਪਲੀਟ ਹੋ ਗਿਆ, ਹੁਣ ਅਸੀਂ 125 ਬੈਡਡ ਹਸਪੀਟਲ ਖੋਲ੍ਹਣ ਜਾ ਰਹੇ ਹਾਂ। ਬਈ ਅਸੀਂ ਮੰਗ ਕਰਦੇ ਹਾਂ ਉਹਦੇ ਵਾਸਤੇ ਤੁਹਾਡੇ ਕੋਲ ਕਿੰਨੀ ਮਾਇਆ ਹੈ, ਉਹਦਾ ਕੀ ਪ੍ਰੋਜੈਕਟ ਹੈ, ਉਹਦੀ ਕਿੱਥੋਂ ਤੁਸੀਂ ਅਪਰੂਵਲ ਲਈ ਹੈ, ਉਹ ਅਪਰੂਵਲ ਕਿਸ ਨੇ ਦਿੱਤੀ ਹੈ, ਉਹ ਮਾਇਆ ਕਿੱਥੋਂ ਆਈ ਹੈ, ਉਸ 'ਤੇ ਕਿੰਨਾ ਪੈਸਾ ਲੱਗਣਾ ਹੈ। ਅਸੀਂ ਤੁਹਾਨੂੰ ਇਹ ਪੁੱਛਦੇ ਹਾਂ, ਤੁਸੀਂ ਕਹਿੰਦੇ ਹੋ ਜੀ ਫਰਾਂਸ ਤੋਂ ਸਾਨੂੰ ਆਕਸੀਜਨ ਜਿਹੜਾ ਪਲਾਂਟ ਆ ਗਿਆ ਜਾਂ ਹੋਰ ਕਿਸੇ ਸਿੰਘ ਨੇ ਆਕਸੀਜਨ ਦੀ ਸੇਵਾ ਕਰਤੀ ਹੈ। ਪਰ ਇਹ ਤੇ ਕਰਤੀ ਹੈ, ਉਹ ਮੈਡੀਕਲ ਵਾਸਤੇ ਤੁਹਾਡੇ ਕੋਲ ਡਾਕਟਰ ਹੈ ਨੇ। ਤੁਸੀਂ ਵੇਖੋ ਹੁਣੇ ਰੀਸੈਂਟਲੀ ਜਿਹੜਾ ਹੈ ਕੋਵਿਡ ਸੈਂਟਰ ਦੇ ਵਿੱਚ ਜਿਹੜੇ ਡਾਕਟਰ ਤੁਸੀਂ ਲਗਾਏ ਸੀ ਉਹ ਸਾਰੇ ਫਰਾਡੀ ਨਿਕਲੇ।
ਔਰ ਉਹਨਾਂ ਕੋਲ ਨਾ ਕੋਈ ਡਿਗਰੀ ਹੈ। ਤੁਸੀਂ ਦੇਖੋ ਸਾਡੇ ਪੰਥ ਦਾ ਨਾਮ ਸਮੁੱਚੀ ਦੁਨੀਆ ਦੇ ਵਿੱਚ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ ਹੈ, ਤੇ ਉੱਥੇ ਤੁਸੀਂ ਡਾਕਟਰ ਜਿਹੜੇ ਨੇ ਉਹ ਡਿਗਰੀਆਂ ਤੋਂ ਬਿਨਾਂ ਰੱਖੇ ਨੇ। ਕੱਲ ਨੂੰ ਕਿਸੇ ਦਾ ਕੋਈ ਹਾਦਸਾ ਹੋ ਜਾਏ ਤੇ ਉਹਦੀ ਤੁਸੀਂ ਜ਼ਿੰਮੇਵਾਰੀ ਲਓਗੇ, ਜਾਂ ਡਾਕਟਰ ਜਿਹੜੇ ਸੀਨੀਅਰ ਤੁਸੀਂ ਰੱਖੇ ਨੇ ਉਹ ਜ਼ਿੰਮੇਵਾਰੀ ਲੈਣਗੇ? ਇਹ ਤੇ ਸਾਡੀ ਪੰਥ ਨੂੰ ਇੱਕ ਕਮਜ਼ੋਰ ਤੇ ਇੱਕ ਦਾ ਨਾਮ ਬਦਨਾਮ ਕਰਨ ਵਾਸਤੇ ਤੁਸੀਂ ਇਹ ਕੰਮ ਕਰ ਰਹੇ ਹੋ। ਊਲ ਜਲੂਲ ਕੰਮ ਜੋ ਤੁਹਾਡੇ ਮਰਜ਼ੀ ਦੇ ਵਿੱਚ ਆਉਂਦਾ ਹੈ ਉਹ ਤੁਸੀਂ ਕਰੇ ਜਾ ਰਹੇ ਹੋ। ਤੋਂ ਮੈਂ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਆਪ ਸਾਰੇ ਆਉਣ ਵਾਲੇ ਸਮੇਂ 'ਚ ਸੁਚੇਤ ਹੋਵੋ, ਔਰ ਜਾ ਕੇ ਬਾਲਾ ਪ੍ਰੀਤਮ ਜਿਹੜਾ ਹਸਪੀਟਲ ਬਣ ਰਿਹਾ ਹੈ ਉੱਥੇ ਜਾ ਕੇ ਆਪ ਵੇਖੋ ਜਿਹੜਾ ਡਾਇਲਾਇਸਿਸ ਸੈਂਟਰ ਬਣਿਆ ਸੀ ਉਹਦੀ ਕੀ ਮੌਜੂਦਾ ਹਾਲਤ ਹੈ, ਔਰ ਜਿਹੜਾ 400 ਬੈਡਡ ਹਸਪੀਟਲ ਬਣਿਆ ਹੈ, ਜਿਹੜਾ ਕੋਵਿਡ ਸੈਂਟਰ ਰਕਾਬਗੰਜ ਸਾਹਿਬ ਬਣਿਆ ਹੈ ਉਹਦੀ ਕੀ ਹਾਲਤ ਹੈ। ਔਰ ਇਹ ਅਜੇ ਇਹਨਾਂ ਕੋਲੋਂ ਸੰਭਾਲਿਆ ਨਹੀਂ ਗਿਆ ਤੇ ਹੁਣ 125 ਬੈੱਡ ਹਸਪਤਾਲ ਖੋਲ੍ਹਣ ਜਾ ਰਹੇ ਨੇ। ਅਸੀਂ ਫਿਰ ਇਹਨਾਂ ਕੋਲ ਮੰਗ ਕਰਦੇ ਹਾਂ ਕਿ ਉੱਥੇ ਜਿਹੜਾ ਤੁਸੀਂ ਸਟਾਫ ਰੱਖੋਗੇ ਉਹਦੀ ਕਿਹਦੇ ਕੋਲੋਂ ਅਪਰੂਵਲ ਲਈ ਹੈ, ਔਰ ਜਿਹੜਾ ਉੱਥੇ ਕੰਮ ਕਰਨ ਜਾ ਰਹੇ ਹੋ ਕਿਹਦੇ ਕੋਲ ਅਪਰੂਵਲ ਲਈ ਹੈ, ਇਹਦੇ ਬਾਰੇ ਸਾਰਾ ਸਾਨੂੰ ਦੱਸਿਆ ਜਾਵੇ। ਗੁਰੂ ਪਿਆਰੀ ਸਾਧ ਸੰਗਤ, ਇਹ ਸਿਰਫ ਤੇ ਸਿਰਫ ਸਾਨੂੰ ਮੂਰਖ ਬਣਾ ਰਹੇ ਨੇ, ਕਿਉਂਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹ ਸਾਡੇ ਫੰਡ ਦੀ ਜਿਹੜੀ ਹੈ ਇਹਨਾਂ ਨੇ ਦੁਰਵਰਤੋਂ ਕਰਨੀ ਹੈ, ਔਰ ਰੱਜ ਕੇ ਦੁਰਵਰਤੋਂ ਕਰਨੀ ਹੈ, ਕਿਉਂਕਿ ਕੋਈ ਹਿਸਾਬ ਨਹੀਂ, ਕੋਈ ਕਿਤਾਬ ਨਹੀਂ, ਕੋਈ ਇਹਦੇ ਬਾਰੇ ਸਾਨੂੰ ਇਹ ਜਨਤਕ ਨਹੀਂ ਕਰ ਰਹੇ ਕਿ ਸਾਡਾ ਕਿੰਨਾ ਖਰਚਾ ਹੈ ਔਰ ਬਾਹਰੋਂ ਕਿੰਨੀ ਮਾਇਆ ਆ ਰਹੀ ਹੈ। ਸਮੇਂ ਸਿਰ ਅਸੀਂ ਤੁਹਾਨੂੰ ਕਿਹਾ ਕਿ ਅਮਿਤਾਭ ਬੱਚਨ ਨੇ ਕੀ ਤੁਹਾਨੂੰ ਦਿੱਤਾ ਹੈ, ਤੁਸੀਂ ਉਹਦੇ ਬਾਰੇ ਨਹੀਂ ਦੱਸ ਰਹੇ। ਜੁਨੇਜਾ ਫੈਮਿਲੀ ਨੇ ਕੀ ਦਿੱਤਾ ਹੈ, ਤੁਸੀਂ ਉਹਦੇ ਬਾਰੇ ਨਹੀਂ ਦੱਸ ਰਹੇ। ਚਾਵਲਾ ਫੈਮਿਲੀ ਨੇ ਕੀ ਦਿੱਤਾ ਹੈ, ਤੁਸੀਂ ਉਹਦੇ ਬਾਰੇ ਨਹੀਂ ਦੱਸ ਰਹੇ। ਕੋਵਿਡ ਸੈਂਟਰ ਨਾ ਰਹਿ ਕੇ ਇੱਕ ਸਿਰਫ ਆਈਸੋਲੇਸ਼ਨ ਸੈਂਟਰ ਬਣਾ ਦਿੱਤਾ ਤੁਸੀਂ। ਸੋ ਮੇਰੀ ਮੀਡੀਆ ਦੇ ਥਰੂ ਇਹ ਬੇਨਤੀ ਹੈ ਕਿ ਗੁਰੂ ਖਾਲਸਾ ਜੀਓ, ਇਹਨਾਂ ਕੋਲੋਂ ਤੁਸੀਂ ਆਪ ਹਿਸਾਬ ਮੰਗੋ, ਕਿਉਂਕਿ ਅਸੀਂ ਤੇ ਹਰ ਥਾਂ ਇਹਨਾਂ ਕੋਲੋਂ ਹਿਸਾਬ ਮੰਗਿਆ ਹੈ, ਸਾਨੂੰ ਹਿਸਾਬ ਨਹੀਂ ਦੇ ਰਹੇ। ਲੇਕਿਨ ਅਸੀਂ ਫਿਰ ਕੱਲ ਇੱਕ ਉਪਰਾਲਾ ਉਲੀਕਿਆ ਹੈ ਕਿ ਇਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਇੱਕ ਚਿੱਠੀ ਹੋਰ ਦੇ ਕੇ ਆਵਾਂਗੇ, ਔਰ ਅਸੀਂ ਉਹਨਾਂ ਦਾ ਉੱਥੇ ਬੈਠ ਕੇ ਗੁਰਬਾਣੀ ਪੜ੍ਹ ਕੇ ਤੇ ਅਸੀਂ ਆਪਣਾ ਮੈਸੇਜ ਦਿਆਂਗੇ। ਸਾਰੀਆਂ ਸੰਗਤਾਂ ਇਸ ਪ੍ਰਤੀ ਜਾਣੂ ਹੋਵੋ, ਔਰ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਿਹੜਾ ਹੈ ਆਪ ਨਜਿੱਠੋ, ਕਿਉਂਕਿ ਸਾਡੇ 21 ਮੈਂਬਰਾਂ ਦੇ ਬਾਵਜੂਦ 6 ਐਗਜ਼ੈਕਟਿਵ ਦੇ ਮੈਂਬਰਾਂ ਦੇ ਬਾਵਜੂਦ ਇਹਨਾਂ ਹਿਸਾਬ ਨਹੀਂ ਦੇ ਰਹੇ। ਅਸੀਂ ਇਹਨਾਂ ਕੋਲੋਂ ਹਿਸਾਬ ਲੈਣਾ ਹੈ। ਅਸੀਂ ਫਿਰ ਵੀ ਮਹਾਰਾਜ ਵੱਲ ਮੁੱਖ ਕਰਕੇ ਅਰਦਾਸ ਕਰਕੇ ਆਵਾਂਗੇ ਕਿ ਇਹਨਾਂ ਨੂੰ ਸੋਝੀ ਪਾਓ। ਇਹ ਕਲੰਕਤ ਜਿਹੜੇ ਸਾਡੇ ਪੰਥ ਨੂੰ ਕਰ ਰਹੇ ਨੇ, ਇਹਨਾਂ ਨੂੰ ਜਾਂ ਤੇ ਪੰਥ ਦੇ ਵਿੱਚੋਂ ਕੱਢੋ। ਆਉਣ ਵਾਲੇ ਇਲੈਕਸ਼ਨਾਂ 'ਚ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਹੈ ਬਾਈਕਾਟ ਕਰੋ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਮੀਡੀਆ ਦਾ ਆਪਣੇ ਸਾਥੀਆਂ ਦੇ ਸਮੇਤ ਸਮੂਹ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੀਡੀਆ ਦੇ ਥਰੂ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ, ਕਿਉਂਕਿ ਸਾਡੀ ਸਭ ਦੀ ਯਾਦਾਸ਼ਤ ਨਾ ਬੜੀ ਕਮਜ਼ੋਰ ਹੋ ਗਈ ਹੈ ਕਿ ਮੁੱਦੇ ਰੋਜ਼ ਇੰਨੇ ਆ ਜਾਂਦੇ ਨੇ ਕਿ ਪਿਛਲਾ ਮੁੱਦਾ ਮਿੱਟੀ 'ਚ ਦਫਨ ਹੋ ਜਾਂਦਾ ਹੈ ਤੇ ਅਗਲੇ ਮੁੱਦੇ ਦੇ ਉੱਤੇ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਨਾ ਤੇ ਅਗਲੇ ਦਾ ਕੁਝ ਬਣਦਾ ਤੇ ਨਾ ਪਿਛਲੇ ਦਾ ਜਵਾਬ ਆਉਂਦਾ ਹੈ। ਤੇ ਮੈਂ ਤੁਹਾਡੀ ਥੋੜੀ ਜਿਹੀ ਚੇਤਨਤਾ ਲੈ ਕੇ ਜਾਣਾ ਸਾਲ 2019 ਦੇ ਅੰਦਰ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਅਸੀਂ ਗੁਰਪੁਰਬ ਮਨਾਇਆ। ਹਾਲਾਂਕਿ ਕਿਸ ਤਰੀਕੇ ਨਾਲ ਮਨਾਇਆ ਗਿਆ, ਕੋਈ ਸ਼ਤਾਬਦੀ ਐਵੇਂ ਦੀ ਨਹੀਂ ਲੰਘੀ ਹੋਣੀ। 500 ਸਾਲਾਂ ਦੇ ਵੀ ਸਾਨੂੰ ਪੁਰਾਣੇ ਵੀਡੀਓ ਮਿਲਦੇ ਨੇ ਕਿ ਕਿੰਨੇ ਜ਼ੋਰ ਸ਼ੋਰ ਨਾਲ ਮਨਾਇਆ ਗਿਆ ਸੀ। ਤੇ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਕਿ ਕੋਈ ਸ਼ਤਾਬਦੀ ਐਡੀ ਵੱਡੀ ਆਈ ਤੇ ਅਸੀਂ ਕੁਝ ਖਾਸ ਕਰ ਨਹੀਂ ਪਾਏ, ਕਿਉਂਕਿ ਕਮੇਟੀਆਂ ਨਹੀਂ ਚਾਹੁੰਦੀਆਂ ਸੀ ਕਰਨਾ। ਦੂਸਰਾ, ਜਿਹੜਾ ਨਗਰ ਕੀਰਤਨ 550 ਸਾਲਾਂ ਦਾ ਜਾਣਾ ਸੀ, ਜਿਹਦੇ ਕਿ ਦਿੱਲੀ ਕਮੇਟੀ ਕੋਲ ਪਹਿਲੇ ਦਿਨ ਤੋਂ ਹੀ ਪਾਕਿਸਤਾਨ ਗਵਰਨਮੈਂਟ ਤੋਂ ਪਰਮਿਸ਼ਨ ਨਹੀਂ ਸੀ, ਜੋ ਕਿ ਸਭ ਨੂੰ ਇੱਕ ਓਪਨ ਸੀਕ੍ਰੇਟ ਹੈ, ਪਤਾ ਲੱਗ ਚੁੱਕਾ ਹੈ। ਮਗਰ ਫਿਰ ਵੀ ਉਸ ਨਗਰ ਕੀਰਤਨ ਦੇ ਨਾਮ ਤੇ ਕਰੋੜਾਂ ਰੁਪਏ ਦੀ ਉਗਾਈ ਕੀਤੀ ਗਈ। ਬਹੁਤ ਸਾਰਾ ਸੋਨਾ ਇਕੱਠਾ ਕੀਤਾ ਗਿਆ ਜਿਹੜਾ ਪਾਲਕੀ ਸਾਹਿਬ ਬਣਾ ਕੇ ਭੇਜਣੀ ਸੀ ਉਹਦੇ ਵਾਸਤੇ। ਤੇ ਜਦੋਂ ਨਗਰ ਕੀਰਤਨ ਨਹੀਂ ਹੋਇਆ ਤੇ ਅਕਾਲ ਤਖਤ ਤੋਂ ਹੁਕਮ ਆਇਆ, ਕਿਉਂਕਿ ਅਸੀਂ ਸਾਰੇ ਦੇ ਸਾਰੇ ਸਿੱਖ ਕੌਮ ਜਿੰਨੀ ਵੀ ਪੂਰੀ ਦੁਨੀਆ 'ਚ ਰਚਦੀ ਵਸਦੀ ਪਈ ਹੈ, ਸਾਰੇ ਅਸੀਂ ਸਮਰਪਿਤ ਹੈਗੇ ਹਾਂ ਅਕਾਲ ਤਖਤ ਸਾਹਿਬ ਨੂੰ। ਤੇ ਨਾਲ ਹੀ ਸਾਡਾ ਨਾਰਾ ਵੀ ਰਿਹਾ, ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ।
ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅਸੀਂ 25 ਤਰੀਕ ਨੂੰ ਵੀ ਮਨਾਉਣ ਜਾ ਰਹੇ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕਿ ਇਹਨਾਂ ਤੋਂ ਪੁੱਛੋ ਵੀ ਜੇ ਤੁਸੀਂ ਅਕਾਲ ਤਖਤ ਦਾ ਹੁਕਮ ਹੀ ਨਹੀਂ ਮੰਨ ਸਕਦੇ ਤੇ ਕਿਸ ਤੁਹਾਨੂੰ ਕਿਹੜੀ ਹੈਸੀਅਤ ਦੇ ਨਾਲ ਦਿੱਲੀ ਕਮੇਟੀ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਕਿਉਂਕਿ ਅਕਾਲ ਤਖਤ ਨੇ ਹੁਕਮ ਕੀਤਾ ਕਿ ਤੁਸੀਂ ਜਿੰਨਾ ਪੈਸਾ ਤੇ ਸੋਨਾ ਇਕੱਠਾ ਕੀਤਾ ਹੈ ਦਿੱਲੀ ਦੇ ਵੱਡੇ ਇਤਿਹਾਸਿਕ ਗੁਰਦੁਆਰਿਆਂ ਦੇ ਬਾਹਰ ਫਲੈਕਸ ਬੋਰਡ ਲਗਾ ਕੇ ਤੁਸੀਂ ਉਹਦੇ ਬਾਰੇ ਜਾਣਕਾਰੀ ਜਨਤਕ ਕਰੋ ਤੇ ਸੰਗਤ ਨੂੰ ਦੱਸੋ ਕਿ ਅਕਾਲ ਤਖਤ ਦੇ ਹੁਕਮ ਦੇ ਅਨੁਸਾਰ ਅਸੀਂ ਇਹ ਲਗਾ ਰਹੇ ਹਾਂ। ਇੰਨਾ ਪੈਸਾ, ਇੰਨਾ ਸੋਨਾ, ਇੰਨੇ ਇਹ ਸਮਾਨ ਸਾਡੇ ਕੋਲ ਆਏ ਨੇ, ਮਗਰ ਅੱਜ 2021 ਹੋ ਚੁੱਕਾ ਹੈ, ਕਰੀਬਨ 2 ਸਾਲ ਹੋ ਗਏ ਨੇ ਤੇ ਜਿਹੜੇ ਲੋਕ ਅਕਾਲ ਤਖਤ ਦਾ ਹੁਕਮ ਹੀ ਨਹੀਂ ਮੰਨ ਰਹੇ ਤੇ ਅਸੀਂ ਕੀ ਸਮਝਦੇ ਹਾਂ ਕਿ ਉਹ ਗੁਰੂ ਦਾ ਕੀ ਹੁਕਮ ਮੰਨਣਗੇ। ਤੇ ਸੰਗਤ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਉਹਨਾਂ ਨੂੰ ਉਹ ਨਾ ਉਹਦੀ ਗੱਲ ਮੰਨ ਕੇ ਰਾਜੀ ਨੇ ਤੇ ਨਾ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਮੰਨ ਕੇ ਰਾਜੀ ਨੇ। ਤੇ ਸੰਗਤ ਬਣਦੀ ਸਜ਼ਾ ਇਹਨਾਂ ਦੀ ਆਪ ਤੈਅ ਕਰੇ ਕਿ ਦਿੱਲੀ ਦਾ ਤਖਤ ਕੋਈ ਵੱਖਰਾ ਨਹੀਂ ਹੈ, ਅਕਾਲ ਤਖਤ ਇੱਕੋ ਤਖਤ ਹੈ ਜਿਹਨੂੰ ਅਸੀਂ ਸਾਰੇ ਸਮਰਪਿਤ ਹਾਂ। ਤੇ ਆਓ ਇਹਨਾਂ ਤੋਂ ਹਿਸਾਬ ਮੰਗੀਏ ਕਿ ਚਾਹੇ ਉਹ ਪਿਛਲੇ 8 ਸਾਲਾਂ ਦਾ ਹਿਸਾਬ ਹੈ, ਆਡਿਟ ਰਿਪੋਰਟ ਹੈ, ਚਾਹੇ ਉਹ 2019 ਦੇ ਵਿੱਚ 550 ਸਾਲਾ ਨਗਰ ਕੀਰਤਨ ਦੇ ਉੱਤੇ ਜਿਹੜੇ ਇਹਨਾਂ ਨੇ ਮਾਇਆ ਤੇ ਸੋਨਾ ਇਕੱਠੇ ਕੀਤੀ ਉਹ, ਤੇ ਚਾਹੇ ਹੁਣ ਕਰੋਨਾ ਦੇ ਅੰਦਰ ਕਿਹੜਾ ਸਮਾਨ, ਕਿਹੜੀਆਂ ਮਸ਼ੀਨਾਂ, ਕਿਹੜੇ ਕੌਨਸੈਂਟਰੇਟਰ, ਕੀ ਚੀਜ਼ਾਂ ਇਹਨਾਂ ਨੂੰ ਕਿੱਥੋਂ ਮਿਲੀਆਂ ਨੇ। ਇਹ ਤੁਹਾਡੀਆਂ ਸਭ ਚੀਜ਼ਾਂ ਨੇ, ਇਹ ਗੁਰੂ ਦੀ ਚੀਜ਼ਾਂ ਨੇ। ਮਾਲਕ ਸੰਗਤ ਜੀ ਤੁਸੀਂ ਹੈਗੇ ਹੋ, ਇਹ ਸਿਰਫ ਕਸਟੋਡੀਅਨ ਨੇ। ਜੇ ਤੁਹਾਡੇ ਕੋਲ ਕੋਈ ਸਟਾਫ ਹੈ ਆਫਿਸ ਦੇ ਅੰਦਰ ਔਰ ਤੁਸੀਂ ਉਹਨੂੰ 100 ਰੁਪਏ ਦਿੱਤੇ ਨੇ ਖਰਚਣ ਨੂੰ ਤੇ ਉਹ ਕਵੇ ਕਿ ਮੈਂ 100 ਤਾਂ ਖਰਚ ਦਿੱਤਾ, ਮੈਨੂੰ 500 ਹੋਰ ਦੇ ਦਿਓ, ਹਿਸਾਬ ਮੈਂ ਕੋਈ ਨਹੀਂ ਦੇਣਾ, ਕਿ ਕੀ ਤੁਸੀਂ ਉਸ ਸਟਾਫ ਨੂੰ ਰੱਖੋਗੇ? ਤੁਸੀਂ ਲੱਤ ਮਾਰ ਕੇ ਉਹਨੂੰ ਬਾਹਰ ਕੱਢ ਦੋਗੇ। ਤੇ ਹੁਣ ਜਦੋਂ ਇੰਨਾ ਕਰੋੜਾਂ ਦਾ ਪੈਸਾ ਸੰਗਤ ਦਾ ਹੋਵੇ ਤੇ ਸੰਗਤ ਨੂੰ ਹਿਸਾਬ ਨਾ ਮਿਲੇ ਤੇ ਤੁਸੀਂ ਆਪ ਫੈਸਲਾ ਕਰੋ। ਸਾਰੇ ਤੁਸੀਂ ਸਮਰੱਥ ਹੋ, ਸਾਰੇ ਸੋਚ ਸਕਦੇ ਹੋ ਇਸ ਗੱਲ ਦਾ ਫੈਸਲਾ ਤੁਸੀਂ ਕਿਵੇਂ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਆਏ ਹੋਏ ਮੀਡੀਆ ਦੇ ਭੈਣਾਂ ਭਰਾਵਾਂ ਦਾ ਬਹੁਤ ਧੰਨਵਾਦ। 2-3 ਗੱਲਾਂ ਮੈਂ ਸਮਰਾਈਜ਼ ਕਰ ਦਿਆਂ ਜਿਹੜੀਆਂ ਹੋਈਆਂ। ਇੱਕ ਤਾਂ ਕੱਲ੍ਹ ਸਵੇਰੇ 11 ਵਜੇ ਤੁਹਾਨੂੰ ਸਾਰਿਆਂ ਨੂੰ ਵੀ ਸੱਦਾ ਹੈ ਤੇ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਪੂਰੀ ਦਿੱਲੀ ਦੀ ਸੰਗਤ ਨੂੰ ਸੱਦਾ ਦਿੰਦੇ ਹਾਂ ਕਿ ਕੱਲ੍ਹ ਸਵੇਰੇ 11 ਵਜੇ ਅਸੀਂ DSGNC ਦੇ ਦਫ਼ਤਰ ਦੇ ਬਾਹਰ ਮਿਲਾਂਗੇ। ਸ਼ਾਂਤੀਪੂਰਵਕ ਤਰੀਕੇ ਨਾਲ ਉੱਥੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਾਂਗੇ, ਅਰਦਾਸ ਕਰਾਂਗੇ ਕਿ ਗੁਰੂ ਸਾਹਿਬ ਇਹਨਾਂ ਨੂੰ ਸਮਤ ਬਖਸ਼ੇ ਤੇ ਇਹ ਜਿਹੜਾ ਹਿਸਾਬ ਹੈ ਜਿਹਦੀ ਅਸੀਂ ਡਿਮਾਂਡ ਕਰ ਰਹੇ ਹਾਂ ਇਹ ਜਨਤਕ ਕਰਨ। ਉਸ ਤੋਂ ਇਲਾਵਾ ਜਿਵੇਂ ਤੁਹਾਨੂੰ ਵਿਸਤਾਰ ਦੇ ਵਿੱਚ ਤਜਿੰਦਰ ਭਾਜੀ ਨੇ ਦੱਸਿਆ, ਮੈਂ ਵਾਪਸ ਉਹਦੇ ਤੇ ਇੱਕ ਗੱਲ ਦੱਸਾਂਗਾ ਕਿ ਇਹ ਮੈਂ ਮੀਡੀਆ ਨੂੰ ਚਾਹਾਂਗਾ ਕਿ ਇਸ ਦੀ ਜ਼ਰੂਰ ਉਹ ਫੋਟੋ ਲੈਣ। 2 ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਇਸ ਹਿਸਾਬ ਵਿੱਚ ਨੇ। ਇੱਕ, ਕਰੋਨਾ ਡੋਨੇਸ਼ਨ ਜੁਲਾਈ 2020 ਦੇ ਵਿੱਚ 4,82,10,227 ਰੁਪਏ 97 ਪੈਸੇ, ਠੀਕ ਹੈ ਜੀ। ਸੇਮ ਐਗਜ਼ੈਕਟਲੀ ਸੇਮ ਫਿਗਰ ਗੁਰਪੁਰਬ ਦੀ ਆਪਣਾ ਅਗਸਤ 2020 ਦੇ ਵਿੱਚ ਗੁਰਪੁਰਬ ਦੀ ਜਿਹੜੀ ਡੋਨੇਸ਼ਨ ਆਈ, ਗੁਰਪੁਰਬ ਤੇ ਜਿਹੜਾ ਗੋਲਕ ਆਈ 4,82,10,227 ਰੁਪਏ 97 ਪੈਸੇ। ਕੀ ਤੁਹਾਨੂੰ ਨਹੀਂ ਲੱਗਦਾ ਇਹ ਬਹੁਤ ਵੱਡਾ ਕੋਇਨਸੀਡੈਂਸ ਹੈ? 97 ਪੈਸੇ ਤੱਕ ਉਹ ਸੇਮ ਸੀ। ਤੇ ਇੱਕ ਜਿਹੜੀ ਹਾਸੋਹੀਣੀ ਹੈ ਸਭ ਕੁਝ ਲਿਖਣ ਤੋਂ ਬਾਅਦ ਵੀ ਜਦ ਇੱਕ ਗੱਲ ਲਿਖੀ ਜਾ ਰਹੀ ਹੈ ਥੱਲੇ ਕਿ ਇਹ ਦ ਇਨਫੋਰਮੇਸ਼ਨ, ਜਿਵੇਂ ਤਜਿੰਦਰ ਜੀ ਨੇ ਪੜ੍ਹ ਕੇ ਸੁਣਾਇਆ, ਮੈਂ ਫਿਰ ਉਸ 'ਤੇ ਤੁਹਾਡਾ ਸਾਰਿਆਂ ਦਾ ਧਿਆਨ ਲੈ ਕੇ ਆ ਰਿਹਾ। ਦ ਇਨਫੋਰਮੇਸ਼ਨ ਇਨ ਦ ਡਾਕੂਮੈਂਟਸ ਇਜ਼ ਅਨਆਡਿਟਡ, ਦੇਅਰਫੋਰ ਥੀਸ ਆਰ ਸਬਜੈਕਟ ਟੂ ਚੇਂਜ ਵਿਦਆਊਟ ਨੋਟਿਸ। ਆਈ ਕੈਨ ਅੰਡਰਸਟੈਂਡ ਕਿ ਇਹ ਅਨਆਡਿਟਡ ਨੇ, ਪਰ ਇਹ ਜਿਹੜੀ ਮੇਰੀ ਫਿਗਰ ਹੈ, ਸਪੋਜ਼ ਮੈਂ ਲੈਂਦਾ ਆਨੰਦ ਕਾਰਜ ਭੇਟਾ 75,100 ਰੁਪਏ, ਇਹ ਚੇਂਜ ਕਿਵੇਂ ਹੋ ਸਕਦੀ ਹੈ? ਤੁਸੀਂ ਇਹ ਗੱਲ ਕਿਵੇਂ ਲਿਖ ਸਕਦੇ ਹੋ ਕਿ ਬਿਨਾਂ ਨੋਟਿਸ ਤੋਂ ਚੇਂਜ ਕਰ ਦਿਆਂਗੇ? ਮਤਲਬ ਕੋਈ ਟਾਈਮ ਦੇ ਵਿੱਚ ਪਿੱਛੇ ਜਾ ਕੇ ਕੋਈ ਟਾਈਮ ਮਸ਼ੀਨ ਇਜਾਦ ਹੋਏਗੀ ਜਿਹਦੇ ਵਿੱਚ ਪਿੱਛੇ ਜਾ ਕੇ ਉਹ ਆਨੰਦ ਕਾਰਜ ਦੀ ਭੇਟਾ ਕੋਈ ਹੋਰ ਜਾਂ ਤੱਕ ਦੇ ਜਾਏਗਾ ਜਾਂ ਕੋਈ ਘੱਟ ਲੈ ਜਾਏਗਾ। ਕਿਵੇਂ? ਹਾਊ ਕੈਨ ਯੂ ਰਾਈਟ ਦਿਸ ਕਿ ਇਟ ਇਜ਼ ਸਬਜੈਕਟ ਟੂ ਚੇਂਜ ਵਿਦਆਊਟ ਨੋਟਿਸ and should be considered, should not be construed as commitment by DSGNC। ਤੁਸੀਂ ਰਸਾਲੇ ਦੇ ਵਿੱਚ ਇਹ ਛਾਪ ਰਹੇ ਹੋ ਤੇ ਛਾਪਦੇ ਹੋਏ ਨਾਲ ਲਿਖ ਰਹੇ ਹੋ ਕਿ ਇਹਨੂੰ ਸਾਡੀ ਕਮਿਟਮੈਂਟ ਨਾ ਜਾਣਨਾ, ਇਹ ਜਦੋਂ ਸਾਡਾ ਮਨ ਕਰੇਗਾ ਅਸੀਂ ਚੇਂਜ ਕਰ ਦਿਆਂਗੇ ਇਹ ਫਿਗਰ। ਮੇਰੇ ਹਿਸਾਬ ਨਾਲ ਇਸ ਤੋਂ ਵੱਡੀ ਹਾਸੋਹੀਣੀ ਗੱਲ ਕੋਈ ਹੋ ਨਹੀਂ ਸਕਦੀ। ਗੱਲਾਂ ਬਹੁਤ ਨੇ ਸਾਰਿਆਂ ਨਾਲ ਸ਼ੇਅਰ ਕਰਨ ਲਈ।
ਪਰ ਆਪਾਂ ਇਸੇ ਟਲ ਲੈਂਦੇ ਹਾਂ। ਮੈਂ ਅੱਜ ਵੀ ਤੁਹਾਡੇ ਮਾਧਿਅਮ ਤੋਂ ਮੈਂ 10 ਹਰਲੀਨ ਸਿੰਘ ਸਕੱਤਰ ਦਿੱਲੀ ਸਟੇਟ ਪੰਥਕ ਅਕਾਲੀ ਲਹਿਰ, ਤੁਹਾਡੇ ਮਾਧਿਅਮ ਤੋਂ ਆਪਣੀ ਪੂਰੀ ਟੀਮ ਦੇ ਵੱਲੋਂ ਅੱਜ ਵੀ ਮੈਨੂੰ ਇਹ ਵਿਸ਼ਵਾਸ ਕਿਤੇ ਨਾ ਕਿਤੇ ਹੈ ਕਿ ਹੋ ਸਕਦਾ ਉਹਨਾਂ ਨੂੰ ਟਾਈਮ ਨਾ ਮਿਲਿਆ ਹੋਵੇ, ਜੋ ਵੀ ਹੋਇਆ ਹੋਵੇ ਕੋਈ ਗੱਲ ਨਹੀਂ। 19 ਤਰੀਕ ਤੱਕ ਤਾਂ ਤੁਹਾਨੂੰ ਅਸੀਂ ਬਿਨੇ ਕੀਤੀ ਸੀ ਕਿ ਸਾਨੂੰ ਇਹ ਸੰਗਤ ਨਾਲ ਸਾਂਝੇ ਕਰੋ, ਤੁਸੀਂ ਨਹੀਂ ਕਰ ਪਾਏ। ਹੁਣ ਵੀ ਅਸੀਂ ਕੱਲ ਆਵਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕੱਲ ਉੱਥੇ ਪ੍ਰਧਾਨ ਸਾਹਿਬ ਸਾਨੂੰ ਮਿਲਣਗੇ ਤੇ ਇਹ ਸਾਰੇ ਆਡੀਟਡ ਫਾਈਨੈਂਸ਼ੀਅਲਸ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਨੂੰ ਦੇਣਗੇ ਤੇ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਨਗੇ। ਤੁਸੀਂ ਕੁਝ ਹੋਰ ਕਹਿਣਾ ਚਾਹਦੇ ਸੀ? ਸਾਰੇ ਆਏ ਹੋਏ ਮੇਰੇ ਵੀਰਾਂ ਦਾ ਭੈਣਾਂ ਦਾ ਹੱਥ ਜੋੜ ਕੇ ਧੰਨਵਾਦ ਹੈ ਜੀ, ਤੁਸੀਂ ਸਮਾਂ ਕੱਢ ਕੇ ਉਰੇ ਆਏ। ਤੇ ਮੇਰੀ ਸਭ ਨੂੰ ਰਿਕਵੈਸਟ ਹੈ ਕਿ ਕੱਲ 11 ਵਜੇ ਸਾਰਾ ਮੇਰਾ ਮੀਡੀਆ ਦਾ ਪਰਿਵਾਰ ਤੇ ਸਾਰੀ ਦਿੱਲੀ ਦੀ ਸੰਗਤ ਉੱਥੇ ਜ਼ਰੂਰ ਪਹੁੰਚੇ ਤੇ ਸਾਡੀ ਹੌਸਲਾ ਅਫਜ਼ਾਈ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।